अफई अकाल की, तब चलायो पंथ, सब सिखन को हुक्म है, गुरु मानियो। सिख विरसा, सिख विरसा जान है साडी, इस नूं सारे प्यार करो। गुरुआं ਅਤੇ ਸ਼ਹੀਦਾਂ ਦਾ ਤੁਸੀਂ ਸਾਰੇ ਹੀ ਸਤਿਕਾਰ ਕਰੋ। सब तेरी वड्याई कोई नाहू ना जाने मेरा। आद गुरु है ना मैं, जुगाद गुरु है ना मैं, ओ सतगुरु है ना मैं, श्री गुरुदेव ना मैं। .3 FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਆਪ ਜੀ ਦੀ ਸੇਵਾ ਵਿੱਚ ਹੈ ਹਾਜ਼ਰ ਸਰਬਜੀਤ ਸਿੰਘ। ਆਓ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਐਤਵਾਰ ਦਾ ਦਿਹਾੜਾ ਹੈ 23 ਕੱਤਕ ਸੰਮਤ 552 ਨਾਨਕ ਸ਼ਾਹੀ ਕੈਲੰਡਰ ਦੇ ਹਿਸਾਬ ਨਾਲ ਤੇ 8 ਨਵੰਬਰ 2020 ਅੰਗਰੇਜ਼ੀ ਕੈਲੰਡਰ ਦੇ ਹਿਸਾਬ ਦੇ ਨਾਲ ਅੱਜ ਦਾ ਸਿੱਖ ਵਿਰਸਾ ਪ੍ਰੋਗਰਾਮ ਲੈ ਕੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ। ਆਓ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਚੱਲਦੇ ਹਾਂ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ। दरबार साहिब कछ नहीं इसका मोल, कछ नहीं इसका मोल, कछ नहीं इसका मोल, कछ नहीं इसका मोल, कछ नहीं इसका
कछ नहीं इसका मोल। दासगिरी देह दिलाव तू ही एक। दासगिरी देह दिलाव तू ही एक। करतार कुदरत करन खालक नानक तेरी टेक। दासगिरी देह दिलावर तू ही एक। करतार कुदरत करन खालक नानक तेरी टेक। नानक तेरी टेक। नानक तेरी टेक। दीद ने दीदार साहिब कछ नहीं इसका मोल। दीद ने दीदार साहिब कछ नहीं इसका मोल। कछ नहीं इसका मोल। कछ नहीं इसका मोल। पाप पर मदबार तू खुद खसम बड़ा तोल। पाप पर मदगार खुद खसम बड़ा तोल। खुद खसम बड़ा तोल। खुद खसम बड़ा तोल। दीद ने दीदार साहिब कछ नहीं इसका मोल। दीद ने दीदार साहिब कछ नहीं इसका मोल। 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 कछ नहीं इसका ਹੁਣੇ ਅਸੀਂ ਸੁਣ ਰਹੇ ਸੀ ਸਿੱਧਾ ਪ੍ਰਸਾਰਣ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ। ਆਓ ਚੱਲਦੇ ਹਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਨ ਕਰਦੇ ਹਾਂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਤ੍ਰਿਪਤ ਭਈ ਸਚ ਭੋਜਨ ਖਾਇਆ। ਮਨ ਤਨ ਰਸਨਾ ਨਾਮ ਧਿਆਇਆ। ਤ੍ਰਿਪਤ ਭਈ ਸਚ ਭੋਜਨ ਖਾਇਆ। ਮਨ ਤਨ ਰਸਨਾ ਨਾਮ ਧਿਆਇਆ।
ਹਰ ਜਪ ਸਾਧ ਸੰਗ। ਰਹਾਉ ਆਨਕ ਪ੍ਰਕਾਰੀ ਬਸਤਰ ਉਡਾਏ। ਆਨ ਦਿਨ ਕੀਰਤਨ ਹਰ ਗੁਣ ਗਾਏ। ਹਸਤੀ ਰਥ ਅਸ ਅਸਵਾਰੀ। ਹਰ ਕਾ ਮਾਰਗ ਹਿਰਦੈ ਨਿਹਾਰੀ। ਮਨ ਤਨ ਅੰਤਰ ਚਰਨ ਧਿਆਇਆ। ਹਰ ਸੁਖ ਨਿਧਾਨ ਨਾਨਕ ਦਾਸ ਪਾਇਆ। ਮਨ ਤਨ ਅੰਤਰ ਚਰਨ ਧਿਆਇਆ। ਹਰ ਸੁਖ ਨਿਧਾਨ ਨਾਨਕ ਦਾਸ ਪਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪੰਜਵਾ। ਤ੍ਰਿਪਤ ਭਈ ਸੱਚ ਭੋਜਨ ਖਾਇਆ। ਮਨ ਤਨ ਰਸਨਾ ਨਾਮ ਧਿਆਇਆ। ਹੁਣੇ ਅਸੀਂ ਸਰਵਣ ਕੀਤਾ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤਾ ਗਿਆ ਅੱਜ ਦਾ ਹੁਕਮਨਾਮਾ। ਇਹ ਹੁਕਮਨਾਮਾ ਸੱਚੇ ਪਾਤਸ਼ਾਹ ਨੇ ਸਾਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਅੱਜ ਸੁਬਾਹ ਬਖਸ਼ਿਸ਼ ਕੀਤਾ। ਤੇ ਆਓ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ ਵੱਲ ਚੱਲਦੇ ਹਾਂ, ਜਿਹੜੀ ਕਿ ਧੰਨਵਾਦ ਸਹਿਤ ਅਸੀਂ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। ਤਨਾਸਰੀ ਮਹੱਲਾ ਪੰਜਵਾ। ਹੇ ਭਾਈ, ਜਿਸ ਮਨੁੱਖ ਨੇ ਆਪਣੇ ਮਨ ਦੇ ਵਿੱਚ ਹਿਰਦੇ ਵਿੱਚ ਜੀਵ ਦੇ ਨਾਲ ਪ੍ਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ, ਜਿਸ ਨੇ ਸਦਾ ਥਿਰ ਹਰੀ ਨਾਮ ਦੀ ਖੁਰਾਕ ਖਾਣੀ ਸ਼ੁਰੂ ਕਰ ਦਿੱਤੀ, ਉਸ ਨੂੰ ਮਾਇਆ ਦੀ ਤ੍ਰਿਸ਼ਨਾ ਵੱਲੋਂ ਸ਼ਾਂਤੀ ਆ ਗਈ। ਹੇ ਭਾਈ, ਸਾਧ ਸੰਗਤ ਦੇ ਵਿੱਚ ਬੈਠ ਕੇ ਪਰਮਾਤਮਾ ਦਾ ਨਾਮ ਜਪਿਆ ਕਰੋ। ਇਹੀ ਹੈ ਅਸਲ ਜੀਵਨ, ਇਹੀ ਹੈ ਅਸਲ ਜ਼ਿੰਦਗੀ। ਸਤਿਗੁਰੂ ਜੀ ਵਿਸ਼ਰਾਮ ਦੇ ਕੇ ਅੱਗੇ ਫਰਮਾਉਂਦੇ ਨੇ, ਜਿਹੜਾ ਮਨੁੱਖ ਹਰ ਵੇਲੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ, ਪ੍ਰਭੂ ਦੇ ਗੁਣ ਗਾਉਂਦਾ ਹੈ, ਉਸਨੇ ਮਾਨੋ ਕਈ ਕਿਸਮਾਂ ਦੇ ਬੰਨ-ਸੁਵੰਨੇ ਕੱਪੜੇ ਪਹਿਨ ਲਏ ਨੇ ਤੇ ਉਹ ਇਹਨਾਂ ਸੋਹਣੀਆਂ ਪੁਸ਼ਾਕਾਂ ਦਾ ਆਨੰਦ ਮਾਣ ਰਿਹਾ ਹੈ। ਇਹ ਭਾਈ, ਜਿਹੜਾ ਮਨੁੱਖ ਆਪਣੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਮਿਲਾਪ ਦਾ ਰਾਹ ਤੱਕਦਾ ਹੈ, ਉਹ ਮਾਨੋ ਹਾਥੀ, ਰੱਥਾਂ, ਘੋੜਿਆਂ ਦੀ ਸਵਾਰੀ ਦਾ ਸੁੱਖ ਮਾਣ ਰਿਹਾ ਹੈ। ਹੇ ਨਾਨਕ, ਜਿਸ ਮਨੁੱਖ ਨੇ ਆਪਣੇ ਮਨ ਦੇ ਵਿੱਚ ਹਿਰਦੇ ਦੇ ਵਿੱਚ ਪ੍ਰਭੂ ਤੇ ਚਰਨਾਂ ਦਾ ਧਿਆਨ ਧਰਨਾ ਸ਼ੁਰੂ ਕਰ ਦਿੱਤਾ ਹੈ, ਉਸ ਦਾਸ ਨੇ ਸੁੱਖਾਂ ਦੇ ਖਜ਼ਾਨੇ ਪ੍ਰਭੂ ਨੂੰ ਲੱਭ ਲਿਆ ਹੈ। ਇਹ ਸੀ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ। ਆਓ ਇੱਕ ਸ਼ਬਦ ਸਰਵਣ ਕਰਦੇ ਹਾਂ, ਜਿਸ ਨੂੰ ਗਾਇਨ ਕੀਤਾ ਹੈ ਭਾਈ ਬਲਵੀਰ ਸਿੰਘ ਜੀ ਨੇ ਰਾਗ ਬਿਲਾਵਲ ਦੇ ਵਿੱਚ, ਤੇ ਉਸ ਤੋਂ ਬਾਅਦ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਆਪ ਜੀ ਦੇ ਨਾਲ ਸਾਂਝੀ ਕਰਾਂਗੇ। कवन संजोग मिलो प्रभ अपने, कवन संजोग मिलो प्रभ अपने, कवन
कवन संजोग, कवन संजोग, कवन संजोग मिलो प्रभु अपने, कवन संजोग, कवन संजोग मिलो प्रभु अपने, कवन संजोग मिलो प्रभु अपने। पल पल नीमख सदा हर जपने, पल पल नीमख सदा हर जपने, कवन संजोग मिलो प्रभु अपने, कवन संजोग मिलो प्रभु अपने। आ आ कवन संजोग मिलो प्रभु अपने, कवन संजोग, पल पल नीमख सदा हर जपने, पल पल नीमख सदा हर जपने, कवन संजोग मिलो प्रभु अपने, कवन संजोग मिलो प्रभु अपने। राग बिलावल महला पंजवा, कवन संजोग मिलो प्रभु अपने, कवन संजोग मिलो प्रभु अपने, कवन संजोग मिलो प्रभु अपने, कवन संजोग मिलो प्रभु अपने। चरण कमल प्रभु के नित ध्यान, चरण कमल प्रभु के नित ध्यान, कवन समत जत प्रीतम पावो, कवन संजोग मिलो प्रभु अपने, कवन संजोग मिलो प्रभु अपने। बिलावल महला पंजवा, कवन संजोग मिलो प्रभु अपने, पल पल निमक सदा हर जपने, रहाओ चरण कमल प्रभु के नित ध्यान, कवन सुमत जित प्रीतम पाओ, ऐसी कृपा करो प्रभु मेरे, ऐसी कृपा कर प्रभु में
रे सा गा रे गा मा गा रे सा सा गा रे गा मा गा रे सा धाबा 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 दमा बमा गा रे गा मा धाबा दमा बमा गा मा रे सा कवन संजोग पा 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 नी नी दा नी सा 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 पा नी दा नी सा सा रे रे ला रे नी दा धाबा 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 मगा गा धाबा मगा मरे सा ऐसी कृपा करो प्रभु मेरे ऐसी कृपा करो प्रभु मेरे हर नानक बिसर ना गाऊं बेरे हर नानक बिसर ना कहूँ बेरे कवन संजोग मिलो प्रभु अपने कवन संजोग कवन संजोग मिलो प्रभु अपने पल पल निमख सदा हर जपने हर जपने हर जपने कवन संजोग कवन संजोग कवन संजोग ਹਾਂਜੀ, ਇਹ ਸਨ ਭਾਈ ਬਲਵੀਰ ਸਿੰਘ ਜੀ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਰਾਗ ਬਿਲਾਵਲ ਦੇ ਵਿੱਚ ਇਹ ਸ਼ਬਦ ਸਰਵਣ ਕੀਤਾ ਹੈ। ਆਓ ਚੱਲਦੇ ਹਾਂ ਹੁਣ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਵੱਲ, ਜਿਹੜੀ ਕਿ ਧੰਨਵਾਦ ਸਹਿਤ ਅਸੀਂ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। ਤਨਾਸਰੀ 5th ਮਹਿਲ। I am satisfied and satiated eating the food of truth. With my mind, body and tongue, I meditate on the name of the Lord. Life, spiritual life, is in the Lord. Spiritual life consists of chanting the Lord's name in the Sadh Sangat, the company of the holy. Pause. He is dressed in robes of all sorts. If he sings the kirtan of the Lord's glorious praises day and night. He rides upon elephants, chariots, and horses. If he sees the Lord's path within his own heart, meditating on the Lord's feet, deep within his body and mind, slave Nanak has found the Lord, the treasure of peace. ਇਹ ਸੀ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ। ਅੱਜ ਦਾ ਹੁਕਮਨਾਮਾ ਰਾਗ ਧਨਾਸਰੀ ਦੇ ਵਿੱਚ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਸ਼ਬਦ, ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 684 ਅੰਗ ਤੇ ਸੁਸ਼ੋਭਿਤ ਹੈ। ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਣ ਕਰਦੇ ਹਾਂ। ਜੈ ਕੀਰਤਨ ਤੇਰਾ ਸਾਧੂ ਗਾਵੇ, ਤਹ ਮੇਰਾ ਮਨ ਲਾਗੇ। ਜੈ ਕੀਰਤਨ ਤੇਰਾ ਸਾਧੂ ਗਾਵੇ, ਤਹ ਮੇਰਾ ਮਨ ਲਾਗੇ। ਸੁਣ ਬਿਨੰਤੀ
सुन बिनती स्वामी अपने, नानक मेरे सुख मांगे। जय कीर्तन तेरा सारू गावे, तै मेरा मन लागे। सुखिए को सुखिए को पेखे सब सुखिया, रोगी के पाणे सब रोगी। सुखिए को सुखिए को पेखे सब सुखिया, रोगी के पाणे सब रोगी। करन करावे करन करावे हार स्वामी, आपन हाथ संजोगी। जय कीर्तन तेरा साधु गावे, तह मेरा मन लागे। जय कीर्तन तेरा साधु गावे, तह मेरा मन लागे। सुन बेनती स्वामी अपने, नानक के सुख मांगे। जय कीर्तन तेरा साधु गावे, तह मेरा मन लागे। जय कीर्तन तेरा साधु गावे, तह मेरा मन लागे। मन मेरे मन मेरे जिन अपना परम गवाता, तिसके पाणे कोई न भूला। हो जिन सगलो परम पछाता, संत संग संत संग जाता मन सीत, ओ जाने सगली ठांडी। हो मेरो हो मेरो जाता मन व्यापक, ओ जन्म मरे बिललाते।
ज्ञान अंजन ज्ञान अंजन जाकी नेत्री पड़िया ताको सरब परगासा ज्ञान अंजन ज्ञान अंजन जाकी नेत्री पड़िया ताको सरब परगासा अज्ञान अंधेरे अज्ञान अंधेरे सूझ सुनाई पौड़ पौड़ ਹਾਂਜੀ, ਇਹ ਸਨ ਭਾਈ ਜਸਵੀਰ ਸਿੰਘ ਜੀ ਪਾਉਂਟਾ ਸਾਹਿਬ ਵਾਲੇ ਤੇ ਉਹਨਾਂ ਦੇ ਸਾਥੀ ਜਥਾ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਸ਼ਬਦ ਸਰਵਣ ਕੀਤਾ ਹੈ। ਤੇ ਆਓ ਇਸ ਸ਼ਬਦ ਦੇ ਅੱਖਰੀ ਅਰਥ ਜਿਹੜੇ ਆ ਆਪ ਜੀ ਦੇ ਨਾਲ ਸਾਂਝੇ ਕਰਦੇ ਹਾਂ। ਇਹ ਸ਼ਬਦ ਰਾਗ ਸੋਠ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ। ਸੋਠ ਮਹੱਲਾ ਪੰਜਵਾ, ਸੋਠ ਫਿਫਥ ਮਹਿਲ। ਸੁਖੀਏ ਕੋ ਪੇਖੈ ਸਭ ਸੁਖੀਆ, ਰੋਗੀ ਕੈ ਭਾਣੇ ਸਭ ਰੋਗੀ।
ਹੇ ਭਾਈ, ਆਤਮਕ ਸੁਖ ਮੰਨਣ ਵਾਲੇ ਨੂੰ ਹਰੇਕ ਮਨੁੱਖ ਆਤਮਕ ਸੁਖ ਮਾਣਦਾ ਦਿਸਦਾ ਹੈ ਤੇ ਵਿਕਾਰਾਂ ਦੇ ਰੋਗ ਦੇ ਵਿੱਚ ਫਸੇ ਹੋਏ ਦੇ ਖਿਆਲ ਵਿੱਚ ਸਾਰੀ ਲੁਕਾਈ ਹੀ ਵਿਕਾਰੀ ਬਣੀ ਹੋਈ ਹੈ। To the happy person, everyone seems happy. To the sick person, everyone seems sick. ਕਰਨ ਕਰਾਵਣ ਹਾਰ ਸੁਆਮੀ, ਆਪਨ ਹਾਥ ਸੰਜੋਗੀ। ਆਪਣੇ ਅੰਦਰੋਂ ਤੇਰ ਮੇਰ ਗਵਾ ਚੁੱਕੇ ਮਨੁੱਖ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ ਮਾਲਕ ਪ੍ਰਭੂ ਹੀ ਸਭ ਕੁਝ ਕਰਨ ਦੀ ਸਮਰੱਥਾ ਵਾਲਾ ਹੈ ਤੇ ਜੀਵਾਂ ਪਾਸੋਂ ਕਰਾਉਣ ਦੀ ਤਾਕਤ ਰੱਖਦਾ ਹੈ। ਜੀਵਾਂ ਲਈ ਆਤਮਕ ਸੁਖ ਤੇ ਆਤਮਕ ਦੁੱਖ ਦਾ ਮੇਲ ਉਸ ਨੇ ਆਪਣੇ ਹੱਥ ਵਿੱਚ ਰੱਖਿਆ ਹੋਇਆ ਹੈ। The Lord and Master acts and causes us to act. Union is in his hands. ਮਨ ਮੇਰੇ ਜਿਨ ਆਪਣਾ ਭਰਮ ਗਵਾਤਾ ਹੈ। ਹੇ ਮੇਰੇ ਮਨ, ਜਿਸ ਮਨੁੱਖ ਨੇ ਆਪਣੇ ਅੰਦਰੋਂ ਤੇਰ ਮੇਰ ਗਵਾ ਲਈ। O my mind, no one appears to be mistaken to one who has dispelled his own doubts. ਤਿਸ ਕੈ ਭਾਣੇ ਕੋਇ ਨਾ ਭੂਲਾ, ਜਿਨ ਸਗਲੋ ਬ੍ਰਹਮ ਪਛਾਤਾ ਰਹਾਉ। ਜਿਸ ਨੇ ਸਭ ਜੀਵਾਂ ਦੇ ਵਿੱਚ ਪ੍ਰਮਾਤਮਾ ਵਸਦਾ ਪਛਾਣ ਲਿਆ, ਉਸ ਦੇ ਖਿਆਲ ਵਿੱਚ ਕੋਈ ਜੀਵ ਕੁਰਾਹੇ ਨਹੀਂ ਜਾ ਰਿਹਾ। ਸਤਿਗੁਰੂ ਜੀ ਵਿਸ਼ਰਾਮ ਦਿੰਦੇ ਨੇ ਤੇ he realizes that everyone is God was. ਸੰਤ ਸੰਗ ਜਾ ਕਾ ਮਨ ਸੀਤਲ, ਉਹ ਜਾਣੇ ਸਗਲੀ ਠੰਡੀ। ਹੇ ਭਾਈ, ਸਾਧ ਸੰਗਤ ਵਿੱਚ ਰਹਿ ਕੇ ਜਿਸ ਮਨੁੱਖ ਦਾ ਮਨ ਵਿਕਾਰਾਂ ਤੋਂ ਸ਼ਾਂਤ ਹੋ ਜਾਂਦਾ ਹੈ, ਉਹ ਸਾਰੀ ਲੋਕਾਈ ਨੂੰ ਹੀ ਸ਼ਾਂਤ ਚਿੱਤ ਸਮਝਦਾ ਹੈ। One whose mind is comforted in the society of the saints believes that all are joyful. ਹਉਮੈ ਰੋਗ ਜਾ ਕਾ ਮਨ ਵਿਆਪਤ, ਉਹ ਜਨਮ ਮਰੈ ਬਿਲ ਲਾਤੀ। ਪਰ ਜਿਸ ਮਨੁੱਖ ਦਾ ਮਨ ਹਉਮੈ ਰੋਗ ਦੇ ਵਿੱਚ ਫਸਿਆ ਰਹਿੰਦਾ ਹੈ, ਉਹ ਸਦਾ ਦੁਖੀ ਰਹਿੰਦਾ ਹੈ। ਉਹ ਹਉਮੈ ਦੇ ਵਿੱਚ ਜਨਮ ਲੈ ਲੈ ਕੇ ਆਤਮਕ ਮੌਤ ਸਹੇੜੀ ਰੱਖਦਾ ਹੈ। One whose mind is afflicted by the disease of egotism cries out in birth and death. ਗਿਆਨ ਅੰਜਨ ਜਾ ਕੀ ਨੇਤਰੀ ਪੜਿਆ, ਤਾਂ ਕੋ ਸਰਬ ਪ੍ਰਗਾਸਾ। ਹੇ ਭਾਈ, ਆਤਮਕ ਜੀਵਨ ਦੀ ਸੂਝ ਦਾ ਸੁਰਮਾ ਜਿਸ ਮਨੁੱਖ ਦੀਆਂ ਅੱਖਾਂ ਵਿੱਚ ਪੈ ਜਾਂਦਾ ਹੈ, ਉਸ ਨੂੰ ਆਤਮਕ ਜੀਵਨ ਦੀ ਸਾਰੀ ਸਮਝ ਪੈ ਜਾਂਦੀ ਹੈ। Everything is clear to one whose eyes are blessed with the ornament of spiritual wisdom. ਅਗਿਆਨ ਅੰਧੇਰਾ ਸੂਝਿਸ ਨਾਹੀਂ, ਬਹੁੜ ਬਹੁੜ ਪਰਮਾਤਾ। ਪਰ ਗਿਆਨਹੀਨ ਮਨੁੱਖ ਨੂੰ ਅਗਿਆਨਤਾ ਦੇ ਹਨੇਰੇ ਦੇ ਵਿੱਚ ਸਹੀ ਜੀਵਨ ਬਾਰੇ ਕੁਝ ਨਹੀਂ ਸੁੱਝਦਾ। ਉਹ ਮੁੜ ਮੁੜ ਕੇ ਭਟਕਦਾ ਰਹਿੰਦਾ ਹੈ। In the darkness of spiritual ignorance, he sees nothing at all. He wanders around in reincarnation over and over again. ਸੁਣ ਬੇਨੰਤੀ ਸੁਆਮੀ ਆਪਣੇ, ਨਾਨਕ ਇਹ ਸੁਖ ਮੰਗੈ। ਹੇ ਮੇਰੇ ਮਾਲਕ, ਮੇਰੀ ਬੇਨਤੀ ਸੁਣ। ਤੇਰਾ ਦਾਸ ਨਾਨਕ ਤੇਰੇ ਦਰ ਤੋਂ ਇਹੀ ਸੁਖ ਮੰਗਦਾ ਹੈ। Hear my prayer, O Lord and Master. Nanak begs for this happiness. ਕਿਹੜੀ ਹੈਪੀਨੈਸ? ਜਹ ਕੀਰਤਨ ਤੇਰਾ ਸਾਧੂ ਗਾਵੇ, ਤਹ ਮੇਰਾ ਮਨ ਲਾਗੈ। ਜਿੱਥੇ ਸੰਤ ਜਨ ਤੇਰੀ ਸਿਫਤ ਸਲਾਹ ਦਾ ਗੀਤ ਗਾਉਂਦੇ ਨੇ, ਹੁਣ ਉੱਥੇ ਮੇਰਾ ਮਨ ਪਰਚਿਆ ਰਹੇ। Wherever your holy saints sing the kirtan of your praises, let my mind be attached to that place. ਸਤਿਗੁਰੂ ਜੀ ਇਹੀ ਮੰਗਦੇ ਨੇ, ਜਹ ਕੀਰਤਨ ਤੇਰਾ ਸਾਧੂ ਗਾਵੇ, ਤਹ ਮੇਰਾ ਮਨ ਲਾਗੈ। ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਣ ਕਰਦੇ ਹਾਂ। ਨਾਰਾਇਣ ਨਾਰਾਇਣ ਨਾਰਾਇਣ, ਸਦਾ ਸਿਮਰ ਨਾਰਾਇਣ ਨਾਰਾਇਣ
सिमर नारायण सदा सिमर नारायण सदा सिमर नारायण 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 सदा सिमर नारायण रसना गुण गोपाल नित गायन गुण गोपाल नित गायन रसना गुण गोपाल नित गायन गुण गोपाल नित गायन सात सहज रहस मन उपजो सगले दुख बलायन सगले दुख बलायन नारायण 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 सदा सिमर नारायण 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 सदा सिमर नारायण जो मांगे सोई सोई पावे शिव हर के चरण रसायन जो मांगे सोई सोई पावे शिव हर के चरण रसायन शिव हर के चरण रसायन नारायण 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 सदा सिमर नारायण 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 सदा सिमर नारायण अब ना सीखेम चाहे जयलाम अब ना सीखेम चाहे जयलाल सदा सिमर नारायण सदा सिमर नारायण सदा सिमर नारायण 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 सदा सिमर नारायण सदा सिमर नारायण जन्म मरण दुहु तै छूटै भवजल जगत नारायण जन्म मरण दुहु तै छूटै भवजल जगत नारायण जन्म मरण दुहु तै छूटै भवजल जगत नारायण भवजल जगत नारायण 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 सदा सिमर नारायण 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 सदा सिमर नारायण
अबनासी खेम चाहे जे नानक, अबनासी खेम चाहे जे नानक, अबनासी खेम चाहे जे नानक, सदा सिमर नारायण 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 नारायण, सदा सिमर नारायण 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 नारायण, सदा सिमर नारायण। खोजत खोजत तत् विचारो, दास गोविंद नारायण। खोजत खोजत तत् विचारो, दास गोविंद नारायण। अबनासी खेम चाहे जे नानक, अबनासी खेम चाहे जे नानक, सदा सिमर नारायण सदा सिमर नारायण, सदा सिमर नारायण 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 नारायण, सदा सिमर नारायण सदा सिमर नारायण। अबनासी खेम चाहे जे नानक, अबनासी खेम चाहे जे नानक, अबनासी खेम चाहे जे नानक, सदा सिमर नारायण। अबनासी खेम चाहे जे नानक, सदा सिमर नारायण, सदा सिमर नारायण 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 नारायण, सदा सिमर नारायण सदा सिमर नारायण 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 नारायण, सदा सिमर नारायण सदा सिमर नारायण 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 नारायण, सदा सिमर नारायण सदा सिमर नारायण सदा Businesses who deal with Europe, listen up. Time is running out. You've got new rules coming in on the 1st of January 2021. That's just round the corner. And getting ready can take longer than you think. These things always do. I know it's been a tough old year, but the countdown to the 1st of January has started. Don't get left behind. Start now at gov.uk/transition. Check, change, go. Businesses. Time is running out. From the 1st of January next year, if you do business with Europe, you're going to have to follow new rules. So there are definite actions we all need to take now. More to do, I know, but it's work that won't be wasted. It needs doing no matter what. And we haven't got long. Less than 3 months and counting. Check what your business needs to do now at gov.uk/transition. Check, change, go. This is an important update about coronavirus. To help save lives, new national restrictions are now in place until the 2nd of December. You must stay at home. Only leave home for food, medical reasons, exercise, education or work. You must work from home if you can,
and avoid travel unless essential. Go to gov.uk/coronavirus for latest guidance and exemptions. Stay alert, control the virus, save lives. Businesses. Want to keep your business moving? Then you need to get a move on. From the 1st of Jan next year, if you deal with Europe, you've got new rules to follow. Time is running out. So get on it at gov.uk/transition. New rules for business. Large, micro, one-man band. New rules are coming no matter what. Get it done today at gov.uk/transition. Check, change, go. Businesses, time is running out. Starting on the 1st of Jan, anyone who deals with Europe will have to follow new rules on exports, imports, tariffs, data, and hiring. I know we've all got our hands full right now, but basically, if any part of your business crosses borders, you need to do something about it now. This is happening, so make sure you have everything covered. We haven't got long. Start now at gov.uk/transition. Check, change, go. ਕਰ ਜੋੜ ਦਿਨ
गुरबचन जाने आओ सखी संत पास सेवा लागी है। नानक वखाणे गुरबचन जाने आओ सखी संत पास सेवा लागी है। आओ सखी संत पास सेवा लागी है। विसो चरण पखार अब के आगी है। विसो चरण पखार अब के आगी है। आओ सखी संत पास सेवा लागी है। विसो चरण पखार आप के आगी है। विसो चरण पखार आप के आगी है। विसो चरण पखार आप ते आगी है। ਹਾਂਜੀ, ਇਹ ਸਨ ਭਾਈ ਸਾਹਿਬ ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸੁਣਿਆ। ਭਾਈ ਨਿਰੰਜਨ ਸਿੰਘ ਜੀ ਜਵਾਦੀ ਕਲਾਂ ਵਾਲੇ। ਤੇ ਪ੍ਰੋਗਰਾਮ ਦੇ ਦੂਜੇ ਹਿੱਸੇ ਵਿੱਚ ਆਪ ਦਾ ਸਵਾਗਤ ਹੈ। ਅਗਰ ਆਪ ਜੀ ਨੇ ਪ੍ਰੋਗਰਾਮ ਹੁਣੇ ਸੁਣਨਾ ਸ਼ੁਰੂ ਕੀਤਾ ਹੈ ਤੇ ਦਿਲ ਦੀਆਂ ਗਹਿਰਾਈਆਂ ਤੋਂ ਆਪ ਜੀ ਨੂੰ ਸਤਿ ਸ੍ਰੀ ਅਕਾਲ। ਤੇ ਆਓ ਚੱਲਦੇ ਹਾਂ ਆਪਣੇ ਜਿਹੜੀ ਲੜੀਵਾਰ ਅਸੀਂ ਲੇਖ ਆਪ ਜੀ ਦੇ ਨਾਲ ਸਾਂਝੇ ਕਰਦੇ ਹਾਂ। ਉਸ ਨੂੰ ਅੱਜ ਦਾ ਜਿਹੜਾ ਲੇਖ ਹੈ ਅਸੀਂ ਭਾਈ ਰਘਵੀਰ ਸਿੰਘ ਜੀ ਵੀਰ ਉਹਨਾਂ ਦੇ ਕਿਤਾਬ 'ਚ ਸਾਡੇ ਵਿਚਾਰ ਅਰਥਾਤ ਖਿਆਲ ਸ਼ਕਤੀ ਦੇ ਵਿੱਚੋਂ ਲਿਆ ਹੈ। ਪਿਛਲੇ ਹਫ਼ਤੇ ਅਸੀਂ ਇੱਕ ਲੇਖ ਉਹਨਾਂ ਦਾ ਆਪ ਜੀ ਦੇ ਨਾਲ ਸਾਂਝਾ ਕੀਤਾ ਸੀ, ਸਾਡੇ ਖਿਆਲਾਂ ਦਾ ਪ੍ਰਭਾਵ ਸਾਡੇ ਚੁਗਿਰਦੇ ਤੇ। ਤੇ ਇਹਦੇ ਵਿੱਚ ਭਾਈ ਸਾਹਿਬ ਨੇ ਸਾਨੂੰ ਸਮਝਾਇਆ ਸੀ ਕਿ ਕਿਵੇਂ ਜਿਹੜੇ ਸਾਡੇ ਖਿਆਲ ਨੇ ਉਹ ਕਿਵੇਂ ਪ੍ਰਭਾਵਿਤ ਕਰਦੇ ਨੇ ਸਾਡੇ ਚੁਗਿਰਦੇ ਨੂੰ, ਸਾਡੇ ਹਾਲਾਤਾਂ ਨੂੰ। ਤੇ ਐਸਾ ਹੀ ਜਿਹੜਾ ਇਸ ਲੜੀ ਦੇ ਵਿੱਚ ਅਗਲਾ ਲੇਖ ਹੈ ਉਹ ਹੈ ਆਦਰਸ਼ ਤੇ ਸੁਪਨੇ। ਭਾਈ ਸਾਹਿਬ ਆਪਣਾ ਲੇਖ ਗੁਰਬਾਣੀ ਦੀਆਂ ਇਹਨਾਂ ਤੁਕਾਂ ਦੇ ਨਾਲ ਸ਼ੁਰੂ ਕਰਦੇ ਨੇ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਸਰੰਜਾਮ ਲਗ ਭਵ ਜਲ ਤਰਨ ਕੈ, ਜਨਮ ਬ੍ਰਿਥਾ ਯਾਤ ਰੰਗ ਮਾਇਆ ਕੈ। ਤੇ ਇੱਕ ਹੋਰ ਪੰਕਤੀ ਜਿਹੜੀ ਹੈ ਉਹ ਆਪ ਸਨਮੁਖ ਕਰਦੇ ਨੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਗ 66 ਤੋਂ। ਆਏ ਸੇ ਪ੍ਰਵਾਨ ਹੈ ਸਭ ਕੁਲ ਕਾ ਕਰਹਿ ਉਧਾਰ। ਆਪ ਲਿਖਦੇ ਨੇ ਉੱਚ ਆਦਰਸ਼ਾਂ ਵਾਲੇ, ਅਰਸ਼ਾਂ ਦੀਆਂ ਉਡੋਰੀਆਂ ਲਾਉਣ ਵਾਲੇ, ਅਰਸ਼ੀ ਦ੍ਰਿਸ਼ ਨੂੰ ਦੇਖਣ ਵਾਲੇ ਜਗਤ ਦੇ ਮਹਾਂਪੁਰਖ ਜਗਤ ਨੂੰ ਸੁਖੀ ਕਰਨ ਵਾਲੇ ਹੁੰਦੇ ਨੇ। ਜਿਵੇਂ ਅਣਡਿੱਠੀ ਆਦ੍ਰਿਸ਼ਟ ਦੇਵੀ ਸ਼ਕਤੀ, ਆਦ੍ਰਿਸ਼ਟ ਅਕਾਲ ਪੁਰਖ, ਦ੍ਰਿਸ਼ਟਮਾਨ ਜਗਤ ਦੀ ਜਿੰਦ ਜਾਨ ਹੈ, ਤਿਵੇਂ ਅਰਸ਼ੀ ਸੁਪਨੇ ਵੇਖਣ ਵਾਲਿਆਂ ਦੇ ਸੁੰਦਰ ਵਿਚਾਰ, ਸ਼ੁਭ ਖਿਆਲ, ਮਾਇਆ ਮੋਹੀ, ਮਾਇਆ ਗ੍ਰਸੀ ਦੁਖੀ ਦੁਨੀਆ ਨੂੰ ਸਵਰਗੀ ਆਨੰਦ ਦੇਣ ਵਾਲੇ ਸਾਬਤ ਹੁੰਦੇ ਨੇ। ਅਸੀਂ ਅਰਸ਼ੀ ਸੁਪਨੇ ਦੇਖਣ ਵਾਲੇ ਮਹਾਂਪੁਰਖਾਂ ਦੀ ਕਾਰ ਨੂੰ, ਉਹਨਾਂ ਦੇ ਅਹਿਸਾਨਾਂ ਨੂੰ ਭੁੱਲ ਨਹੀਂ ਸਕਦੇ ਤੇ ਨਾ ਹੀ ਉਹਨਾਂ ਦੇ ਉੱਚ ਆਦਰਸ਼ਾਂ ਨੂੰ ਭੁੱਲ ਸਕਦੇ ਹਾਂ। ਉਹ ਆਦਰਸ਼ ਸਾਨੂੰ ਉਭਾਰਦੇ, ਝੰਜੋੜਦੇ, ਉਚੇਰਾ ਕਰਦੇ, ਅਰਸ਼ੀ ਮਾਰਗ ਦਰਸਾਉਂਦੇ ਨੇ। ਉਹ ਆਦਰਸ਼ ਲਟ ਲਟ ਕਰਦੀਆਂ ਜੋਤਾਂ ਨੇ, ਚਮਕਦੇ ਤਾਰੇ ਨੇ, ਨਿਸ਼ਾਨੇ ਨੇ ਜਿੱਥੇ ਮਨੁੱਖ ਜਾਤੀ ਨੇ ਪਹੁੰਚਣਾ ਹੈ। ਤੇ ਅੱਗੇ ਲਿਖਦੇ ਨੇ ਉੱਚੇ ਸੰਗੀਤਕਾਰ, ਮੂਰਤਕਾਰ, ਚਿੱਤਰਕਾਰ, ਕਵੀ, ਰਿਸ਼ੀ, ਵਿਚਾਰਵਾਨ, ਅਰਸ਼ਾਂ ਦੇ ਸੁਨੇਹੇ ਦੇਣ ਵਾਲੇ, ਅਰਸ਼ੀ ਦ੍ਰਿਸ਼ ਦਿਖਾਉਣ ਵਾਲੇ ਨੇ।
ਜਗਤ ਦੇ ਉੱਚੇ ਅਰਸ਼ੀ ਖਿਆਲ ਤੇ ਆਦਰਸ਼ ਉਹਨਾਂ ਦੇ ਜੀਵਨ ਦੁਆਰਾ ਸਾਨੂੰ ਪ੍ਰਾਪਤ ਹੁੰਦੇ ਨੇ। ਜੇ ਉਹ ਨਾ ਹੁੰਦੇ ਤਾਂ ਜਗਤ ਰੁੱਖਾ ਰੁੱਖਾ ਮੁਰਦਾ ਬੇਸੁਆਦਾ ਹੀ ਹੁੰਦਾ। ਜਿਸ ਦੇ ਮਨ ਅੰਦਰ ਸੁੰਦਰ ਸੁਪਨਾ ਸੁੰਦਰ ਆਦਰਸ਼ ਹੈ, ਜਿਸ ਦੇ ਹਿਰਦੇ ਵਿੱਚ ਉੱਚੀਆਂ ਤਾਂਘਾਂ ਨੇ, ਉਹ ਕਦੀ ਨਾ ਕਦੀ ਆਪਣੇ ਸ਼ੁਭ ਮਨੋਰਥਾਂ ਤੇ ਆਦਰਸ਼ਾਂ ਨੂੰ ਪ੍ਰਾਪਤ ਕਰੇਗਾ। ਅੱਗੇ ਭਾਈ ਸਾਹਿਬ ਉਦਾਹਰਨ ਦਿੰਦੇ ਨੇ ਕੋਲੰਬਸ ਦੀ। ਕੋਲੰਬਸ ਨੇ ਨਵੀਂ ਦੁਨੀਆ ਦਾ ਸੁਪਨਾ ਵੇਖਿਆ ਤੇ ਅਮਰੀਕਾ ਲੱਭ ਲਿਆ। ਕੋਪਰਨੀਕਸ ਨੇ ਅਰਸ਼ੀ ਮੰਡਲਾਂ ਦਾ ਸੁਪਨਾ ਵੇਖਿਆ ਤੇ ਸੱਚਮੁੱਚ ਪਤਾ ਕੀਤਾ ਕਿ ਕੇਵਲ ਸਾਡੀ ਦੁਨੀਆ ਹੀ ਨਹੀਂ, ਬਲਕਿ ਲੱਖਾਂ ਆਕਾਸ਼ਾਂ ਦੇ ਆਕਾਸ਼ ਨੇ, ਬੇਅੰਤ ਖੰਡਾਂ ਮੰਡਲਾਂ ਤੇ ਬ੍ਰਹਮੰਡਾਂ ਨੇ, ਅਣਗਿਣਤ ਬ੍ਰਹਿਮੰਡ ਨੇ, ਕੋਈ ਪਾਰਾਵਾਰ ਨਹੀਂ। ਮਹਾਤਮਾ ਬੁੱਧ ਨੇ ਅਧਿਆਤਮਕ ਮੰਡਲਾਂ ਦਾ ਸੁਪਨਾ ਵੇਖਿਆ, ਜਿੱਥੇ ਪੂਰਨ ਸ਼ਾਂਤੀ, ਸੁੰਦਰਤਾ ਤੇ ਆਨੰਦ ਵਿਆਪਕ ਹੈ। ਸਤਿਗੁਰਾਂ ਨੇ ਅਰਸ਼ੀ ਰਸ ਭਿੰਨੇ ਦ੍ਰਿਸ਼ ਸ਼ਬਦ ਰੂਪ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਸੁਭਾਏਮਾਨ ਕੀਤੇ ਨੇ। ਆਪਣੇ ਉੱਚ ਸੁਪਨਿਆਂ ਨੂੰ ਨਾ ਭੁੱਲੋ, ਆਪਣੇ ਆਦਰਸ਼ਾਂ ਨੂੰ ਮਨ ਦੇ ਵਿੱਚ, ਹਿਰਦੇ ਵਿੱਚ ਵਸਾਓ। ਆਪਣੇ ਅੰਤਰ ਆਤਮੇ ਦੇ ਮਿੱਠੇ ਰਾਗ ਨਾਦ ਦੇ ਰਸ ਮਾਣੋ। ਆਪਣੇ ਮਨ ਦੇ ਸੁੰਦਰ ਦ੍ਰਿਸ਼ਾਂ ਆਦਰਸ਼ਾਂ ਦੇ ਰੰਗ ਵਿੱਚ ਰੰਗੀਜ ਕੇ ਆਨੰਦ ਦੇ ਹਲਾਰੇ ਆਪਣੇ ਉੱਚੇ ਸੁੱਚੇ ਖਿਆਲਾਂ ਦਾ ਰਸ ਭੋਗੋ ਤੇ ਚੇਤੇ ਰੱਖੋ ਕਿ ਇਸੇ ਮਾਨਸਿਕ ਹਾਰਦਿਕ ਆਤਮਕ ਆਨੰਦ ਦੇ ਸੋਮੇ ਵਿੱਚੋਂ ਤੁਹਾਡੀ ਆਨੰਦਮਈ ਹਾਲਤ ਪੈਦਾ ਹੋਵੇਗੀ ਤੇ ਤੁਹਾਨੂੰ ਸਵਰਗੀ ਦਸ਼ਾ ਤੁਹਾਡੇ ਨਾਲ ਵਾਪਰੇਗੀ ਤੇ ਤੁਸੀਂ ਆਨੰਦ ਤੇ ਮਨ ਵਿਸਰਾਮ ਪ੍ਰਾਪਤ ਕਰੋਗੇ। ਸਤਿਗੁਰੂ ਜੀ ਦੀ ਬਾਣੀ ਫਰਮਾਉਂਦੀ ਹੈ, ਜੋ ਇੱਛੈ ਸੋਈ ਫਲ ਪਾਵੇ। ਤੁਹਾਡੇ ਮਨ ਦੀ ਸ਼ਰਧਾ ਪੂਰੀ ਹੋ ਕੇ ਰਹੇਗੀ। ਇਹ ਕਿਵੇਂ ਹੋ ਸਕਦਾ ਹੈ? ਭਾਈ ਸਾਹਿਬ ਲਿਖਦੇ ਨੇ ਕਿ ਮੰਦ ਵਾਸ਼ਨਾਵਾਂ ਤਾਂ ਪੂਰੀਆਂ ਹੋ ਸਕਣ ਤੇ ਸ਼ੁਭ ਤੇ ਉੱਚੀਆਂ ਸੁੱਚੀਆਂ ਕਾਮਨਾਵਾਂ ਸਫਲ ਨਾ ਹੋਣ। ਇਹ ਤਾਂ ਈਸ਼ਵਰੀ ਨਿਯਮ ਦੇ ਵਿਰੁੱਧ ਹੈ। ਇੱਛਾ ਅਨੁਸਾਰ ਫਲ ਹੈ, ਬੀਜ ਅਨੁਸਾਰ ਬਿਰਛ ਤੇ ਬ੍ਰਿਛ ਦਾ ਫਲ ਮਿਲਦਾ ਹੈ। ਉੱਚੇ ਸੁੱਚੇ ਅਰਸ਼ੀ ਸੁਪਨੇ ਚਿਤਵੋ ਅਤੇ ਉਨਤ ਸੁਪਨਿਆਂ ਅਨੁਸਾਰ ਹੀ ਆਪਣੀ ਦਸ਼ਾ ਦੀ ਘਾਟ ਘੜੀ ਜਾਏਗੀ। ਜਿਹਾ ਤੁਹਾਡਾ ਸੁਪਨਾ ਹੈ, ਜਿਸ ਪ੍ਰਕਾਰ ਦਾ ਤੁਹਾਡਾ ਆਦਰਸ਼ ਹੈ, ਉਸ ਅਨੁਸਾਰ ਤੁਸੀਂ ਢਲ ਜਾਓਗੇ। ਆਪਣੇ ਆਦਰਸ਼ ਅਨੁਸਾਰ ਹੀ ਤੁਹਾਡੇ ਹਾਲਤ ਢਲ ਜਾਣਗੇ ਤੇ ਤੁਹਾਡੀ ਦਸ਼ਾ ਤੁਹਾਡੇ ਆਦਰਸ਼ ਦੇ ਸੰਚੇ ਵਿੱਚ ਢਲ ਜਾਏਗੀ। ਵੱਡੀ ਤੋਂ ਵੱਡੀ ਕਾਮਯਾਬੀ ਪਹਿਲਾਂ ਕੁਝ ਚਿਰ ਮਨੁੱਖ ਦੇ ਮਨ ਦੇ ਵਿੱਚ ਸੁਪਨ ਸਮਾਨ ਹੁੰਦੀ ਹੈ। ਅੱਗੇ ਭਾਈ ਸਾਹਿਬ ਉਦਾਹਰਨ ਦਿੰਦੇ ਨੇ ਕਿ ਓਕ ਜਾਂ ਬੋਹੜ ਜਾਂ ਪਿੱਪਲ ਦੇ ਛੋਟੇ ਛੋਟੇ ਜਿਹੜੇ ਬੀਜ ਨੇ, ਬ੍ਰਿਛ ਬਣਨ ਤੋਂ ਪਹਿਲਾਂ ਉਹ ਬੀਜ ਰੂਪ ਹੀ ਹੁੰਦੇ ਨੇ। ਪੰਛੀ ਪਹਿਲੇ ਆਂਡੇ ਅੰਦਰ ਹੁੰਦਾ ਹੈ ਤੇ ਮਹਾਨ ਸਫਲਤਾ ਪਹਿਲਾਂ ਖਿਆਲਾਂ ਦੇ ਰੂਪ ਵਿੱਚ ਹੀ ਸਾਡੇ ਮਨ ਵਿੱਚ ਆਉਂਦੀ ਹੈ। ਸਾਡੇ ਮਨ ਦੇ ਸੁਪਨੇ ਹੀ ਤਾਂ ਮਹਾਨ ਘਟਨਾਵਾਂ ਦਾ ਰੂਪ ਧਾਰਦੇ ਨੇ। ਹੋ ਸਕਦਾ ਹੈ ਕਿ ਤੁਹਾਡੇ ਹਾਲਾਤ, ਤੁਹਾਡੀ ਦਸ਼ਾ ਚੰਗੀ ਨਾ ਹੋਵੇ, ਪਰ ਜੇ ਤੁਹਾਡਾ ਆਦਰਸ਼ ਉੱਚਾ ਹੈ ਤੇ ਉਸ ਆਦਰਸ਼ ਦੀ ਪੂਰਤੀ ਲਈ ਸੱਚੇ ਦਿਲੋਂ ਯਤਨ ਕਰਦੇ ਰਹੋ ਤਾਂ ਤੁਹਾਡੀ ਦਸ਼ਾ ਉਚੇਰੀ ਹੋ ਕੇ ਹੀ ਰਹੇਗੀ। ਇਹ ਕਿਵੇਂ ਹੋ ਸਕਦਾ ਹੈ ਕਿ ਅੰਦਰੋਂ ਤੁਸੀਂ ਖਿਆਲ ਦਾ ਚੱਕਰ ਲਗਾਓ, ਅੰਦਰੋਂ ਉਡਾਰੀ ਲਾਓ ਤੇ ਬਾਹਰੋਂ ਤੁਸੀਂ ਉੱਥੇ ਹੀ ਖਲੋਤੇ ਰਹੋ? ਇਹ ਗੱਲ ਅਸੰਭਵ ਹੈ। ਇੱਕ ਜਵਾਨ ਜਹਾਨ ਆਦਮੀ ਦੀ ਮਿਸਾਲ ਲੈ ਲਵੋ। ਉਹ ਗਰੀਬ ਹੈ, ਨਿਰਧਨ ਹੈ, ਮਸ਼ੱਕਤ ਕਰ ਰਿਹਾ ਹੈ। ਕਿਸੇ ਕਾਰਖਾਨੇ ਦੇ ਵਿੱਚ ਢੇਰ ਚਿਰ ਕੰਮ ਕਰਨਾ ਪੈਂਦਾ ਹੈ। ਵਿੱਦਿਆ ਤੋਂ ਵਾਂਝਾ ਰਿਹਾ ਹੈ, ਸਭਿਅਤਾ ਪ੍ਰਾਪਤ ਨਹੀਂ ਕੀਤੀ, ਪਰ ਉਸ ਦਾ ਮਨ ਉਡਾਰੀਆਂ ਲਾ ਰਿਹਾ ਹੈ। ਉਸ ਦੀ ਆਪਣੀ ਦਸ਼ਾ ਨੂੰ ਸੁਧਾਰਨ ਦੇ ਸੁਪਨੇ ਲੈ ਰਿਹਾ ਹੈ। ਆਪਣੀ ਅਵਸਥਾ ਨੂੰ ਸੁਧਾਰਨ ਦੀ ਖਿੱਚ ਹੈ, ਮਨੋਕਾਮਨਾ ਹੈ। ਉਹ ਆਪਣੇ ਮਨ ਦੇ ਵਿੱਚ ਆਪਣੀ ਉਚੇਰੀ ਅਵਸਥਾ ਦੀ ਤਸਵੀਰ ਘੜਦਾ ਹੈ, ਆਪਣੀ ਉੱਚ ਆਦਰਸ਼ ਅਵਸਥਾ ਦਾ ਸੁਪਨਾ ਦੇਖਦਾ ਹੈ ਅਤੇ ਦਿਲੋਂ ਮਨੋਂ ਉਹ ਅਵਸਥਾ ਦੀ ਪ੍ਰਾਪਤੀ ਲਈ ਉਪਰਾਲਾ ਵੀ ਕਰਦਾ ਹੈ, ਯਤਨ ਵੀ ਕਰਦਾ ਹੈ। ਆਪਣੀ ਅਵਸਥਾ ਦੇ ਸੁਧਾਰ ਲਈ ਉਹ ਬੇਚੈਨ ਹੈ। ਉਸ ਅਵਸਥਾ ਨੂੰ ਬਦਲਣ ਦਾ ਆਰ ਦੇ ਵਿੱਚ ਉਹ ਲੱਗਾ ਹੋਇਆ ਹੈ। ਆਪਣਾ ਵਿਹਲਾ ਸਮਾਂ ਆਪਣੀ ਰਾਸ ਮੂੜੀ, ਆਪਣੀ ਨੀਵੀਂ ਅਵਸਥਾ ਨੂੰ ਉੱਚਾ ਕਰਨ ਲਈ ਵਰਤ ਰਿਹਾ ਹੈ। ਆਪਣਾ ਤਨ ਮਨ ਧਨ ਆਪਣੀ ਅਵਸਥਾ ਨੂੰ ਉੱਚਾ ਕਰਨ ਲਈ ਉਹ ਲਾ ਰਿਹਾ ਹੈ।
ਇਹ ਕਿਵੇਂ ਹੋ ਸਕਦਾ ਹੈ ਕਿ ਇਹ ਉੱਚ ਉਡਾਰੀਆਂ ਲਾਉਣ ਵਾਲਾ ਮਨ ਤੋਂ ਸ੍ਰੇਸ਼ਟ ਯਤਨ ਕਰਨ ਵਾਲਾ ਮਨੁੱਖ ਉੱਥੇ ਦਾ ਉੱਥੇ ਹੀ ਬੈਠਾ ਰਹੇਗਾ? ਇਹ ਗੱਲ ਅਨਹੋਣੀ ਹੈ। ਉਸ ਦੀ ਨੀਵੀਂ ਦਸ਼ਾ ਇਵੇਂ ਹੀ ਉਚੇਰੀ ਹੋਵੇਗੀ। ਮੰਦ ਅਵਸਥਾ ਇਵੇਂ ਅਲੋਪ ਹੋ ਜਾਵੇਗੀ ਜਿਵੇਂ ਕੋਈ ਪੁਰਾਣੇ ਕੱਪੜੇ ਲਾ ਕੇ ਨਵੇਂ ਪਾ ਲੈਂਦਾ ਹੈ। ਉਸ ਦੀ ਮਾਨਸਿਕ ਅਵਸਥਾ ਅਨੁਸਾਰ ਹਾਲਤ ਢਲ ਜਾਂਦੇ ਨੇ ਤੇ ਉਸ ਦੀ ਅਵਸਥਾ ਚੰਗੀ ਹੋ ਜਾਂਦੀ ਹੈ। ਫਿਰ ਇਹੋ ਆਦਮੀ ਸੰਸਾਰ ਦਾ ਉੱਘਾ ਆਦਮੀ ਹੁੰਦਾ ਹੈ ਤੇ ਸਾਰਾ ਸੰਸਾਰ ਉਹਦੀ ਵਾਹ-ਵਾਹ ਕਰਦਾ ਹੈ ਤੇ ਉਹਦੇ ਮਗਰ ਲੱਗਦਾ ਹੈ। ਉਹ ਵੱਡੀ ਪਦਵੀ ਪ੍ਰਾਪਤ ਕਰਦਾ ਹੈ। ਉਸ ਦੀ ਮਿਸਾਲ ਲੋਕਾਂ ਨੂੰ ਹਲੂਣੇ ਦੇ ਕੇ ਉਹਨਾਂ ਦੇ ਜੀਵਨ ਨੂੰ ਉੱਚਾ ਕਰਦੀ ਹੈ। ਲੋਕੀ ਉਸ ਦੇ ਮਗਰ ਚੱਲਦੇ ਨੇ। ਉਹ ਜਗਤ ਦਾ ਮਹਾਂਪੁਰਖ ਅਖਵਾਉਂਦਾ ਹੈ। ਉਸ ਨੇ ਆਪਣੇ ਆਦਰਸ਼ ਦੀ, ਆਪਣੇ ਮਨੋਰਥ ਦੀ, ਆਪਣੇ ਮਨ ਦੇ ਸੁਪਨੇ ਦੀ ਸਫਲਤਾ ਪ੍ਰਾਪਤ ਕੀਤੀ। ਇਹ ਗੱਲ ਚੇਤਰ ਰੱਖਣੀ ਚਾਹੀਦੀ ਹੈ ਕਿ ਮਨੋਕਾਮਨਾ ਤੇ ਚਿੱਤ ਦੀ ਇੱਛਾ ਸ੍ਰੇਸ਼ਟ ਹੋਵੇ ਜਾਂ ਮੰਦੀ ਹੋਵੇ, ਪੂਰੀ ਹੋ ਕੇ ਹੀ ਰਹੇਗੀ, ਕਿਉਂਕਿ ਸਤਿਗੁਰੂ ਜੀ ਦੀ ਬਾਣੀ ਦਾ ਫਰਮਾਨ ਹੈ, ਸਾਈ ਵਿਰਾਸਤ ਪ੍ਰਾਪਤ ਹੋਈ ਜਿਸ ਸਿਉ ਲਾਇਆ ਹੇਤ। ਤੇ ਇਹ ਅਸੂਲ ਅਟਲ ਹੈ। ਜਿਸ ਚੀਜ਼ ਨੂੰ ਤੁਸੀਂ ਦਿਲੋਂ ਮਨੋਂ ਚਾਹੋ, ਉਸ ਵਿੱਚ ਖਿੱਚੇ ਚਲੇ ਜਾਓ ਤੇ ਉਹ ਚੀਜ਼ ਵੀ ਤੁਹਾਡੇ ਵੱਲ ਖਿੱਚੀ ਆਵੇਗੀ। ਤੁਹਾਡੇ ਖਿਆਲ ਅਨੁਸਾਰ, ਤੁਹਾਡੇ ਚਿੱਤ ਦੀ ਇੱਛਾ ਅਨੁਸਾਰ ਹੀ ਫਲ ਮਿਲੇਗਾ। ਜੋ ਬੀਜੋਗੇ ਸਾਈ ਫਲ ਪਾਓਗੇ। ਬੀਜ ਅਨੁਸਾਰ ਹੀ ਫਲ ਹੋਵੇਗਾ। ਭਾਵੇਂ ਤੁਹਾਡੇ ਹਾਲਾਤ ਕਿਹੋ ਜਿਹੇ ਵੀ ਹੋਣ, ਤੁਹਾਡੀ ਦਸ਼ਾ, ਤੁਹਾਡੀ ਖਿਆਲਾਂ, ਤੁਹਾਡੀ ਮਨੋਕਾਮਨਾਵਾਂ, ਤੁਹਾਡੇ ਆਦਰਸ਼ ਤੁਹਾਡੀ ਇੱਛਾ ਅਨੁਸਾਰ ਹੀ ਸਵਰਨਗੇ ਜਾਂ ਵਿਗੜਨਗੇ, ਜਾਂ ਜੈਸੀ ਹੈ ਵੈਸੀ ਹੀ ਰਹੇਗੀ। ਜੇ ਨੀਵੇਂ ਖਿਆਲ ਹਨ ਤਾਂ ਦਸ਼ਾ ਨੀਵੀਂ ਹੋ ਕੇ ਰਹੇਗੀ। ਜੇ ਉੱਚੇ ਖਿਆਲ ਨੇ ਤੇ ਦਸ਼ਾ ਉੱਚੀ ਹੋਵੇਗੀ ਤੇ ਤੁਸੀਂ ਉਚੇਰੇ ਚੜ੍ਹੋਗੇ। ਭਾਵੇਂ ਇਸ ਵੇਲੇ ਤੁਹਾਡੀ ਪਦਵੀ ਨੀਵੀਂ ਹੋਵੇ, ਤੁਹਾਡੀ ਕੋਈ ਪੁੱਛ ਪ੍ਰਤੀਤ ਨਾ ਹੋਵੇ, ਪਰ ਜੇ ਤੁਹਾਡੇ ਖਿਆਲ ਉੱਚੇ ਨੇ, ਤੁਹਾਡੀਆਂ ਮਨੋਕਾਮਨਾਵਾਂ ਉੱਚੀਆਂ ਨੇ, ਤਾਂ ਨਿਸ਼ਚਾ ਰੱਖੋ ਤੁਸੀਂ ਅਵੱਸ਼ ਉੱਚੇ ਚੜ੍ਹੋਗੇ। ਤੁਹਾਡੀ ਪਦਵੀ ਉੱਚੀ ਹੋਵੇਗੀ, ਤੁਹਾਡਾ ਮਰਤਬਾ ਉੱਚਾ ਹੋਵੇਗਾ। ਤੁਸੀਂ ਜਗਤ ਦੇ ਮੁਖੀਏ ਹੋਵੋਗੇ। ਦੁਨੀਆ ਤੁਹਾਨੂੰ ਨਮਸਕਾਰ ਕਰੇਗੀ, ਤੁਹਾਡਾ ਮਾਣ ਹੋਵੇਗਾ। ਜਗਤ ਤੁਹਾਡੀ ਉੱਚਤਾ ਤੇ ਮਹੱਤਤਾ ਨੂੰ ਮੰਨੇਗਾ। ਤੁਸੀਂ ਜਗਤ ਨੂੰ ਰਾਹ ਪਾਉਣ ਵਾਲੇ ਬਣੋਗੇ। ਅਣਜਾਣ, ਮੋਟੀ ਬੁੱਧੀ ਵਾਲੇ ਤੇ ਆਲਸੀ ਲੋਕ ਉੱਪਰੋਂ ਵੇਖਦੇ ਤੇ ਭੁੱਲਦੇ ਹਨ ਤੇ ਕਹਿੰਦੇ ਨੇ ਕਿ ਕਿਸਮਤ ਦੀ ਗੱਲ ਹੈ, ਭਾਗਾਂ ਦੀ ਗੱਲ ਹੈ, ਇਤਫਾਕ ਹੈ, ਸੰਜੋਗ ਹਨ। ਕਿਸੇ ਨੂੰ ਧਨਾੜ ਹੁੰਦਾ ਵੇਖ ਕੇ ਕਹਿੰਦੇ ਨੇ ਕਿੱਡਾ ਭਾਗਾਂ ਵਾਲਾ ਹੈ। ਕਿਸੇ ਨੂੰ ਮਾਨਸਿਕ ਮੰਡਲਾਂ ਤੇ ਚੜ੍ਹਦਾ ਵੇਖ ਕੇ ਕਹਿੰਦੇ ਨੇ ਇਸ ਦੇ ਨਸੀਬ ਚੰਗੇ ਨੇ। ਕਿਸੇ ਸ੍ਰੇਸ਼ਟ ਸੰਤ ਰੂਪ ਵਿੱਚ ਆਤਮਾ ਨੂੰ ਵੇਖ ਕੇ ਕਹਿੰਦੇ ਨੇ ਕਿਸਮਤ ਹਰ ਥਾਂ ਇਸ ਦੀ ਸਹਾਇਤਾ ਕਰਦੀ ਹੈ। ਉਹ ਇਹ ਨਹੀਂ ਜਾਣਦੇ ਕਿ ਇਹਨਾਂ ਭਾਗਵਾਨਾਂ ਨੂੰ ਕੀ ਔਕੜਾਂ ਪੇਸ਼ ਆਈਆਂ ਨੇ, ਕਿੱਥੇ ਹਾਰ ਹੋਈ ਹੈ, ਕਿੱਡੀ ਖਿੱਚੋਤਾਣ ਕਰਨੀ ਪਈ ਹੈ, ਕੀ ਦੁੱਖ ਪਾਏ ਨੇ, ਤੇ ਕਿਤੇ ਸਫਲਤਾ ਦਾ ਮੂੰਹ ਤਾਂ ਵੇਖਣ ਨੂੰ ਮਿਲਿਆ ਹੈ। ਵੇਖਣ ਵਾਲਿਆਂ ਨੂੰ ਪਤਾ ਨਹੀਂ ਕਿ ਇਹਨਾਂ ਭਾਗਾਂ ਵਾਲਿਆਂ ਨੇ ਕੀ ਕੁਰਬਾਨੀ ਕੀਤੀ ਹੈ, ਕਿੱਡਾ ਉਦਮ ਤੇ ਯਤਨ ਕੀਤਾ ਹੈ, ਕਿੱਡਾ ਅਡੋਲ ਨਿਸ਼ਚਾ ਰੱਖਣ ਦੀ ਲੋੜ ਪਈ ਹੈ, ਤੇ ਕਿਤੇ ਜਾ ਕੇ ਸਫਲ ਹੋਏ ਨੇ। ਔਕੜ ਤੇ ਫਤਿਹ ਪਾਈ ਹੈ, ਦਿਲ ਦੀ ਮੁਰਾਦ ਪੂਰੀ ਹੋਈ ਹੈ ਤੇ ਆਦਰਸ਼ ਦੀ ਇਹਨਾਂ ਨੂੰ ਪ੍ਰਾਪਤੀ ਹੋਈ ਹੈ। ਵੇਖਣ ਵਾਲਿਆਂ ਨੂੰ ਕੀ ਪਤਾ ਉਹ ਭਗਵਾਨ ਕਿਹੜੇ ਹਨੇਰੇ ਵਿੱਚੋਂ ਲੰਘੇ, ਕੀ ਖੇਦ ਦੁੱਖ ਪਾਏ। ਉਹ ਪੇਤਲੀ ਨਜ਼ਰ ਦੇ ਨਾਲ ਵੇਖਦੇ ਨੇ ਤੇ ਕਹਿੰਦੇ ਨੇ ਕਿ ਭਾਗਾਂ ਵਾਲਾ ਹੈ। ਉਹ ਕੇਵਲ ਅੰਤਮ ਸੁਖ ਆਨੰਦ, ਅੰਤਮ ਸਫਲਤਾ, ਅਖੀਰਲੀ ਆਨੰਦਮਈ ਅਵਸਥਾ ਨੂੰ ਵੇਖ ਕੇ ਕਹਿ ਦਿੰਦੇ ਨੇ ਕਿ ਕਿਸਮਤ ਦੀ ਗੱਲ ਹੈ, ਭਾਗਾਂ ਦੀ ਗੱਲ ਹੈ। ਉਹਨਾਂ ਨੂੰ ਕਠਨ ਪੈਂਡੇ ਦਾ, ਕਠਨ ਸਫ਼ਰ ਦਾ ਤੇ ਉਹਨਾਂ ਦੀਆਂ ਘਾਲੀਆਂ ਮਸ਼ੱਕਤਾਂ, ਉਹਨਾਂ ਦੇ ਖੇਦਾਂ ਦਾ ਕੀ ਪਤਾ ਜੋ ਉਹਨਾਂ ਭਗਵਾਨਾਂ ਨੇ, ਕਿਸਮ ਦੇ ਬਲੀਆਂ ਨੇ, ਝਾਕੀਆਂ ਨੇ। ਭੁੱਲੀਆਂ ਪੇਤਲੀ ਨਜ਼ਰ ਵਾਲਿਆਂ ਨੇ ਕਹਿ ਦਿੱਤਾ ਕਿ ਇਹ ਤਾਂ ਇਤਫਾਕ ਹੈ ਜਾਂ ਸੰਜੋਗ ਹੈ। ਸਭ ਕੰਮਾਂ ਦੇ ਵਿਚਕਾਰ ਵਿਹਾਰ ਦੇ ਵਿੱਚ ਉਦਮ ਉਤਸ਼ਾਹ ਦੀ ਯਤਨ ਕਰਨ ਦੀ ਲੋੜ ਹੈ ਤੇ ਯਤਨ ਅਨੁਸਾਰ ਹੀ ਫਲ ਮਿਲਦਾ ਹੈ। ਯਤਨ ਬਿਨਾਂ ਕੁਝ ਨਹੀਂ ਮਿਲਦਾ। ਮਾਇਕ, ਮਾਨਸਿਕ, ਅਧਿਆਤਮਕ ਸਫਲਤਾ ਦੀ ਪ੍ਰਾਪਤੀ ਯਤਨ ਦਾ ਹੀ ਫਲ ਹੈ। ਉਹਨਾਂ ਦੇ ਵਿਚਾਰਾਂ ਨੇ ਯਤਨ ਦਾ ਰੂਪ ਧਾਰਿਆ, ਯਤਨ ਦੁਆਰਾ ਸਫਲਤਾ ਪ੍ਰਾਪਤ ਹੋਈ
ਤੇ ਇਸ ਪ੍ਰਕਾਰ ਮੰਤਵ ਦੀ ਆਦਰਸ਼ ਦੀ ਮਨੋਕਾਮਨਾ ਦੀ ਪ੍ਰਾਪਤੀ ਹੋਈ। ਜਿਸ ਆਦਰਸ਼ ਨੂੰ ਅਸੀਂ ਦਿਲੋਂ ਮਨੋਂ ਧਾਰਨ ਕਰਾਈਏ, ਉਸ ਦਾ ਧਿਆਨ ਕਰੀਏ, ਪਿਆਰ ਕਰੀਏ, ਲਿਵ ਲਾਈਏ, ਅਪਣਾਈਏ, ਉਹ ਆਦਰਸ਼ ਅਨੁਸਾਰ ਜੀਵਨ ਢਲੇਗਾ ਤੇ ਆਦਰਸ਼ ਦਾ ਰੂਪ ਧਾਰੇਗਾ। ਅਸੀਂ ਆਪਣੇ ਖਿਆਲਾਂ ਆਦਰਸ਼ਾਂ ਅਨੁਸਾਰ ਹੀ ਬਣਦੇ ਢਲਦੇ ਹਾਂ। ਮਨੁੱਖ ਆਪਣੇ ਖਿਆਲਾਂ ਦਾ, ਆਪਣੇ ਆਦਰਸ਼ਾਂ ਦਾ ਪ੍ਰਤੱਖ ਸਰੂਪ ਤਸਵੀਰ ਹੈ। ਕਿਸੇ ਨੇ ਸਿਆਣੇ ਯੂਨਾਨੀ ਫਿਲਾਸਫਰ ਨੂੰ ਪੁੱਛਿਆ ਕਿ ਮਨੁੱਖ ਨੂੰ ਆਪਣਾ ਜੀਵਨ ਕਿਵੇਂ ਬਤੀਤ ਕਰਨਾ ਚਾਹੀਦਾ ਹੈ। ਉਹਦਾ ਉੱਤਰ ਸੀ, ਮਨ ਤੇ ਹਿਰਦਾ ਹਰ ਵੇਲੇ ਏਡਾ ਸ਼ੁੱਧ ਹੋਵੇ, ਜਿਸ ਵੇਲੇ ਵੀ ਕੋਈ ਪੁੱਛ ਲਵੇ ਕਿ ਇਸ ਵੇਲੇ ਤੁਹਾਡੇ ਮਨ ਵਿੱਚ ਕੀ ਖਿਆਲ ਹੈ, ਸਾਨੂੰ ਸੱਚ-ਸੱਚ ਕਹਿਣ ਵਿੱਚ ਜਰਾ ਵੀ ਝਿਜਕ ਨਾ ਹੋਵੇ, ਨਾ ਹੀ ਕਹਿਣ ਵਿੱਚ ਸ਼ਰਮ ਹੋਵੇ। ਜੀਵਨ ਇਵੇਂ ਹੀ ਬਤੀਤ ਕਰਨਾ ਉਚਿਤ ਹੈ। ਸਤਿਗੁਰਾਂ ਨੇ ਮਨ ਤੇ ਹਿਰਦੇ ਦੀ ਸ਼ੁੱਧੀ ਲਈ, ਆਤਮਾ ਨੂੰ ਪਰਮਾਤਮਾ ਨਾਲ ਮਿਲਣ ਲਈ, ਤਨ ਦੀ ਅਰੋਗਤਾ ਲਈ, ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਲਈ ਨਾਮ ਦਾ ਨੁਸਖਾ, ਨਾਮ ਦੀ ਔਸ਼ਧੀ ਅਰਥਾਤ ਅਕਾਲ ਪੁਰਖ ਨੂੰ ਸਦਾ ਚੇਤੇ ਰੱਖਣ ਦਾ, ਦਿਲੋਂ ਮਨੋਂ ਅਕਾਲ ਪੁਰਖ ਤੇ ਉਸ ਦੀ ਸਾਜੀ ਸ੍ਰਿਸ਼ਟੀ ਨਾਲ ਪ੍ਰੇਮ ਕਰਨ ਦਾ ਨੁਸਖਾ ਤਜਵੀਜ਼ ਕੀਤਾ ਹੈ। ਸਤਿਗੁਰਾਂ ਨੇ ਤਨ, ਮਨ, ਹਿਰਦੇ ਤੇ ਆਤਮਾ ਦੀ ਪਵਿੱਤਰਤਾ ਲਈ ਨਾਮ ਦਾ ਸਿਮਰਨ ਦਾ ਨੁਸਖਾ ਦੱਸਿਆ ਹੈ। ਹਰ ਕੋਈ ਆਪਣੇ ਆਪ ਇਸ ਔਸ਼ਧੀ ਨੂੰ ਅਜਮਾ ਸਕਦਾ ਹੈ। ਹਉਮੈ ਰੋਗ ਕੱਟਣ ਲਈ ਹੋਰ ਕੋਈ ਅਜਿਹਾ ਚੰਗਾ ਇਲਾਜ ਨਹੀਂ। ਨਾਮ ਤੋਂ, ਸਿਮਰਨ ਤੋਂ ਅਕਾਲ ਪੁਰਖ ਦੇ ਨਾਲ, ਮਨੁੱਖ ਮਾਤਰ ਦੇ ਨਾਲ ਪ੍ਰੇਮ ਉਪਜਦਾ ਹੈ। ਪ੍ਰੇਮ ਦੁਆਰਾ ਅਕਾਲ ਪੁਰਖ ਦੀ ਰਜ਼ਾ, ਅਕਾਲ ਪੁਰਖ ਦਾ ਹੁਕਮ ਤੇ ਚੱਲਣ ਦੀ ਸ਼ਕਤੀ ਪੈਦਾ ਹੁੰਦੀ ਹੈ। ਮਨ, ਹਿਰਦਾ, ਤਨ ਤੇ ਆਤਮਾ ਪਵਿੱਤਰ ਤੇ ਨਿਰਮਲ ਹੁੰਦੇ ਨੇ। ਉਸ ਤੋਂ ਅੱਗੇ ਭਾਈ ਸਾਹਿਬ ਇਹ ਸ਼ਬਦ ਸਾਡੇ ਸਨਮੁਖ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ, ਜਬ ਇਹੋ ਮਨ ਮਹਿ ਕਰਤ ਗੁਮਾਨਾ, ਤਬ ਇਹ ਬਾਵਰ ਫਿਰਤ ਬੇਗਾਨਾ। ਜਬ ਇਹ ਹੁਆ ਸਗਲ ਕੀ ਰੀਨਾ, ਤਾਂ ਤੇ ਰਮਈਆ ਘਟ ਘਟ ਚੀਨਾ। ਸਗਲ ਸਹੇਲਾ ਫਲ ਮਸਕੀਨੀ, ਸਤਿਗੁਰ ਆਪਣੇ ਮੋਹਿ ਦਾਨ ਦੀਨੀ ਰਹਾਉ। ਜਬ ਕਿਸ ਕੋ ਇਹ ਜਾਨਸ ਮੰਦਾ, ਤਬ ਸਗਲੇ ਇਸ ਮੇਲਹਿ ਫੰਦਾ। ਮੇਰ ਤੇਰ ਜਬ ਇਨਹਿ ਚੁਕਾਈ, ਤਾਂ ਤੇ ਇਸ ਸੰਗ ਨਹੀਂ ਬਹਿਰਾਈ। ਜਬ ਇਨ अपनी धारी, तब इसको है मुश्किल भारी। जब इन करने हार पछाता, तब इसनो नाही किश ताता। जब इन अपनों बाध्यो मोहा, आवे जाए सदा जमजोहा। जब इसते सब बिन से भरमा, भेद नाही है पार ब्रह्मा। जब इन किश कर्मा ने भेदा, तब ते दुख दंड अरखेदा। जब इन एको एकी बूझिया, तब ते इसनो सब किश सूझिया। जब इह धावै माया अर्थी, नह तृप्तावै नह तिस लाथी। जब इसते एह होयो जावला, पीछे लाग चली उठकावला। कर कृपा जो सतगुर मिलियो, मन मंदिर मह दीपक जलियो। जीत हार की सोझी करी, तो इस घर की कीमत परी। करन करावन सब किश एकै, आपे बुद्ध विचार विवेकै। दूर न नेरै सब कै संगा, सच सलाहुन नानक हर रंगा। श्री गुरु ग्रंथ ਸਾਹਿਬ ਮਹਾਰਾਜ ਅੰਗ 235। ਸੋ ਇਹ ਸੀ ਜਿਹੜਾ ਲੇਖ ਭਾਈ ਸਾਹਿਬ ਭਾਈ ਰਘਵੀਰ ਸਿੰਘ ਜੀ ਵੀਰ, ਉਹਨਾਂ ਦੇ ਸ਼ਬਦ ਜਿਹੜੇ ਬੜੇ ਹੀ ਉੱਚੇ ਵਿਚਾਰ ਜਿਹੜੇ ਗੁਰੂ ਬਾਣੀ ਦੇ ਵਿੱਚੋਂ ਉਹਨਾਂ ਨੇ ਸਾਨੂੰ ਮਿਸਾਲਾਂ ਦੇ ਕੇ ਸਮਝਾਇਆ ਹੈ ਕਿ ਸਾਡੇ ਆਦਰਸ਼ ਤੇ ਸੁਪਨੇ ਜਿਹੜੇ ਨੇ ਤਦੇ ਹੀ ਸੱਚ ਹੁੰਦੇ ਨੇ ਜੇ ਸਾਡਾ ਜਿਹੜਾ ਮਨ ਉਹਨਾਂ ਦੇ ਵਿੱਚ ਲੱਗਾ ਹੈ ਤੇ ਅਸੀਂ ਉਹਨਾਂ ਦੀ ਪੂਰਤੀ ਲਈ ਯਤਨ ਕਰਦੇ ਹਾਂ। ਤੇ ਆਓ ਚੱਲਦੇ ਹਾਂ ਅਗਲਾ ਸ਼ਬਦ ਸਰਵਨ ਕਰਦੇ ਹਾਂ, ਜਿਸ ਨੂੰ ਗਾਇਨ ਕੀਤਾ ਹੈ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਨੇ। ਵੱਡਾ ਮੇਰਾ ਗੋਬਿੰਦ, ਅਗਮ ਅਗੋਚਰ, ਆਦ ਨਿਰੰਜਨ, ਨਿਰੰਕਾਰ ਜੀਓ।
अगम अगोचर आद निरंजन निरंकार जियो निरंकार जियो वड्डा मेरा गोबिंद ताकि गत कही न जाए अमित वड्याई ताकि गत कही न जाए अमित वड्याई मेरा गोविंद अलख अपार जियो निरंकार जियो वड्डा मेरा गोविंद अगम अगोचर आद निरंजन निरंकार जियो निरंकार जियो वड्डा मेरा गोबिंद अगम अगोचर आद निरंजन निरंकार जियो निरंकार जियो वड्डा मेरा गोबिंद अगम अगोचर आद निरंजन निरंकार जियो निरंकार जियो गोविंद अलख अपार परंपर आप अपना जाने गोविंद अलख अपार परंपर आप अपना जाने क्या यह जंत विचारे कहिए जो तुद आख वखाने क्या यह जंत विचारे कहिए जो तुद आख वखाने आद निरंजन निरंकार जियो निरंकार जियो वड्डा मेरा गोबिंद अगम अगोचर आद निरंजन निरंकार जियो निरंकार जियो वड्डा मेरा गोबिंद अगम अगोचर आद निरंजन निरंकार जियो निरंकार जियो जिसनो नदर करे तू अपनी सो गुरमुख करे विचार जियो जिसनो नदर करे तू अपनी सो गुरमुख करे विचार जियो बड़ा मेरा गोबिंद
ਅਗਮ ਅਗੋਚਰ ਵੱਡਾ ਮੇਰਾ ਗੋਬਿੰਦ ਅਗਮ ਅਗੋਚਰ ਆਦ ਨਿਰੰਜਨ ਨਿਰੰਕਾਰ ਜੀਓ ਨਿਰੰਕਾਰ ਜੀਓ ਵੱਡਾ ਮੇਰਾ ਗੋਬਿੰਦ ਅਗਮ ਅਗੋਚਰ ਆਦ ਨਿਰੰਜਨ ਨਿਰੰਕਾਰ ਜੀਓ ਨਿਰੰਕਾਰ ਜੀਓ ਵੱਡਾ ਮੇਰਾ ਗੋਬਿੰਦ ਅਗਮ ਅਗੋਚਰ ਆਦ ਨਿਰੰਜਨ ਨਿਰੰਕਾਰ ਜੀਓ ਨਿਰੰਕਾਰ ਜੀਓ ਤਾਕੀ ਗਤ ਕਹੀ ਨਾ ਜਾਈ ਅਮਿਤ ਵਡਿਆਈ ਤਾਕੀ ਗਤ ਕਹੀ ਨਾ ਜਾਈ ਅਮਿਤ ਵਡਿਆਈ ਮੇਰਾ ਗੋਬਿੰਦ ਅਲਖ ਅਪਾਰ ਜੀਓ ਨਿਰੰਕਾਰ ਜੀਓ ਵੱਡਾ ਮੇਰਾ ਗੋਬਿੰਦ ਅਗਮ ਅਗੋਚਰ ਆਦ ਨਿਰੰਜਨ ਨਿਰੰਕਾਰ ਜੀਓ ਨਿਰੰਕਾਰ ਜੀਓ ਵੱਡਾ ਮੇਰਾ ਗੋਬਿੰਦ ਅਗਮ ਅਗੋਚਰ ਆਦ ਨਿਰੰਜਨ ਨਿਰੰਕਾਰ ਜੀਓ ਨਿਰੰਕਾਰ ਜੀਓ ਨਿਰੰਕਾਰ ਜੀਓ ਨਿਰੰਕਾਰ ਜੀਓ ਹਾਂਜੀ, ਇਹ ਸਨ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਸ਼ਬਦ ਸਰਵਣ ਕੀਤਾ ਹੈ। ਤੇ ਆਪ ਜੀ ਸੁਣ ਰਹੇ ਹੋ ਪ੍ਰੋਗਰਾਮ ਸਿੱਖ ਵਿਰਸਾ 97.3 FM ਤੇ ਕੋਹਿਨੂਰ ਰੇਡੀਓ ਤੋਂ। ਤੇ ਆਓ ਚੱਲਦੇ ਹਾਂ ਅਗਲੇ ਲੇਖ ਵੱਲ, ਜਿਹੜਾ ਕਿ ਅਸੀਂ ਲਿਆ ਹੈ ਸਾਡੇ ਵਿਚਾਰ ਆਰਥਕ ਅਰਥਾਤ ਖਿਆਲ ਸ਼ਕਤੀ ਭਾਈ ਰਘਵੀਰ ਸਿੰਘ ਜੀ ਵੀਰ ਉਹਨਾਂ ਦੇ ਲਿਖੇ ਕਿਤਾਬਚੇ ਦੇ ਵਿੱਚੋਂ। ਤੇ ਇਸ ਲੇਖ ਦਾ ਉਹਨਾਂ ਨੇ ਸਿਰਲੇਖ ਦਿੱਤਾ ਹੈ ਸ਼ਾਂਤੀ ਡੈਸ਼ ਮਨ ਵਿਸਰਾਮ। ਤੇ ਸ਼ਾਂਤੀ ਕੀ ਹੈ? ਜਦੋਂ ਮਨ ਜਿਹੜਾ ਹੈ ਵਿਸਰਾਮ ਕਰ ਜਾਂਦਾ ਹੈ, ਭਟਕਦਾ ਨਹੀਂ, ਇੱਧਰ ਉੱਧਰ ਨਹੀਂ ਜਾਂਦਾ, ਉਹਨੂੰ ਕਹਿੰਦੇ ਨੇ ਸ਼ਾਂਤੀ। ਭਾਵੇਂ ਸਾਡੀ ਆਪਣੀ ਜਿਹੜੀ ਜਦ ਸਾਨੂੰ ਕਦੀ ਸ਼ਾਂਤੀ ਮਿਲੀ ਨਹੀਂ, ਸਾਡੀ ਆਪਣੀ ਜਿਹੜੀ ਹੈ ਡੈਫੀਨੇਸ਼ਨ ਭਾਵੇਂ ਵੱਖਰੀ ਹੋਵੇ, ਪਰ ਗੁਰਬਾਣੀ ਅਨੁਸਾਰ ਜਿਹੜੀ ਸ਼ਾਂਤੀ ਹੈ ਉਹ ਇਹ ਹੈ ਜਦੋਂ ਮਨ ਵਿਸ਼ਰਾਮ ਕਰ ਜਾਵੇ। ਤੇ ਜਿਸ ਪੰਕਤੀ ਦੇ ਨਾਲ ਭਾਈ ਸਾਹਿਬ ਲੇਖ ਸ਼ੁਰੂ ਕਰ ਰਹੇ ਨੇ ਉਹ ਇਸ ਤਰ੍ਹਾਂ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 264 ਅੰਗ ਤੋਂ। ਸੰਤ ਜਨਾਂ ਕੈ ਮਨ ਵਿਸ਼ਰਾਮ, ਸੰਤਾਂ ਦਾ ਮਨ ਜਿਹੜਾ ਹੈ ਉਹ ਵਿਸ਼ਰਾਮ ਦੇ ਵਿੱਚ ਹੁੰਦਾ ਹੈ। ਸ਼ਾਂਤੀ ਭਾਵ ਕਿ ਮਨ ਵਿਸਰਾਮ ਉੱਚੀ ਮੱਤ ਦਾ, ਪੂਰਨ ਗਿਆਨ ਦਾ ਸੁੰਦਰ ਪ੍ਰਗਾਸ ਹੈ। ਮਨ ਵਿਸਰਾਮ ਆਪਣਾ ਆਪਾ ਬਸ ਕਰਨ ਦੀ ਮੁਸ਼ੱਕਤ ਦਾ ਰਿਜ਼ਲਟ ਹੈ ਜਾਂ ਸਿੱਟਾ ਹੈ। ਮਨ ਵਿਸ਼ਰਾਮ ਦਾ ਹੋਣਾ ਉੱਚ ਵਿਚਾਰ, ਪੂਰਨ ਗਿਆਨ, ਸ੍ਰੇਸ਼ਟ ਬੁੱਧੀ ਦੀ ਨਿਸ਼ਾਨੀ ਹੈ। ਸ਼ਾਂਤ ਆਦਮੀ ਨੂੰ ਮਨ ਦੇ ਨਿਯਮਾਂ ਦਾ, ਮਨ ਦੀ ਕਾਰ ਦਾ ਗਿਆਨ ਹੁੰਦਾ ਹੈ। ਸ਼ਾਂਤੀ ਮਨ ਵਿਸ਼ਰਾਮ ਤਾਂ ਹੀ ਪ੍ਰਾਪਤ ਹੁੰਦੀ ਹੈ ਜੇ ਅਸੀਂ ਇਸ ਗੱਲ ਨੂੰ ਸਮਝੀਏ ਕਿ ਸਾਡਾ ਆਚਰਣ ਸਾਡੇ ਮਨ ਦਾ, ਸਾਡੇ ਖਿਆਲਾਂ ਵਿਚਾਰਾਂ ਦਾ ਸਦਕਾ ਹੀ ਬਣਿਆ ਹੈ। ਤੇ ਜੋ ਆਦਮੀ ਇਸ ਗੱਲ ਨੂੰ ਸਮਝਦਾ ਹੈ ਉਹ ਦੂਜਿਆਂ ਦੇ ਆਚਰਣ ਬਾਬਤ ਵੀ ਸਮਝਦਾ ਹੈ ਕਿ ਉਹਨਾਂ ਦਾ ਆਚਰਣ ਉਹੋ ਜਿਹਾ ਹੈ ਜੋ ਕੁਝ ਉਹਨਾਂ ਦੇ ਮਨ ਦੇ ਫੁਰਨੇ ਨੇ, ਖਿਆਲ ਵਿਚਾਰ ਨੇ, ਮਨੋ ਕਾਮਨਾਵਾਂ ਨੇ। ਇਹ ਗਿਆਨ ਹੋਣ ਕਰਕੇ ਗਿਆਨਵਾਨ ਵਿਚਾਰਵਾਨ ਆਦਮੀ ਇਹ ਸਮਝਦਾ ਹੈ ਕਿ ਜੋ ਕੁਝ ਅਸੀਂ ਕਰ ਰਹੇ ਹਾਂ
ਮਨ ਦੀ ਕਾਰ ਮਨ ਦੇ ਨਿਯਮਾਂ ਅਨੁਸਾਰ ਹੀ ਕਰ ਰਹੇ ਹਾਂ। ਇਸ ਲਈ ਕਿਸੇ ਦੇ ਸ਼ੁਭ ਕਰਮਾਂ ਨੂੰ ਵੇਖ ਕੇ ਉਹ ਕ੍ਰੋਧ ਕਰਨਾ, ਦੁੱਖ ਮਨਾਉਣਾ, ਚਿੰਤਾਤਰ ਹੋਣਾ, ਸ਼ੋਕ ਕਰਨਾ ਉਹ ਨਹੀਂ ਅੱਛਾ ਸਮਝਦਾ। ਇਸ ਗਿਆਨ ਕਰਕੇ ਗਿਆਨਵਾਨ ਮਨੁੱਖ ਸ਼ਾਂਤ, ਆਨੰਦ, ਠੰਡਾ ਠਾਰ, ਟਿਕਾਊ ਵਿੱਚ ਰਹਿੰਦਾ ਹੈ। ਬਹੁਤ ਹੀ ਉੱਚੀ ਸੁੱਚੀ ਵਿਚਾਰ ਜਿਹੜੀ ਹੈ ਭਾਈ ਸਾਹਿਬ ਨੇ ਸਾਨੂੰ ਦਿੱਤੀ ਹੈ ਕਿ ਕਿਵੇਂ ਜਿਹੜਾ ਸਾਡਾ ਮਨ ਹੈ, ਸਾਡੇ ਵਿਚਾਰਾਂ ਦਾ ਮਜਮੂਆ ਹੈ, ਇਕੱਠ ਹੈ, ਤੇ ਜਦੋਂ ਉਹ ਕਿਸੇ ਹੋਰ ਦੇ ਐਕਸ਼ਨਾਂ ਨੂੰ ਅਸੀਂ ਦੇਖਦੇ ਹਾਂ, ਕਈ ਵਾਰੀ ਅਸੀਂ ਖਿੱਚਦੇ ਹਾਂ ਉਹਨਾਂ ਤੇ ਪਰ ਜਿਹੜਾ ਗਿਆਨਵਾਨ ਬੰਦਾ ਹੈ, ਜਿਹਦਾ ਮਨ ਸ਼ਾਂਤ ਹੈ, ਉਹਨੂੰ ਪਤਾ ਹੈ ਇਹ ਅਸੂਲ ਕੀ ਨੇ, ਤੇ ਇਸ ਕਰਕੇ ਉਹ ਦੁੱਖ ਨਹੀਂ ਮਨਾਉਂਦਾ ਕਿ ਉਹ ਬੰਦਾ ਇਸ ਤਰ੍ਹਾਂ ਕਿਉਂ ਕਰਦਾ ਹੈ, ਕਿਉਂਕਿ ਉਹਨੂੰ ਪਤਾ ਹੈ ਉਹਦੇ ਪਿੱਛੇ ਕਿਹੜੀ ਜਿਹੜੀ ਹੈ ਪ੍ਰੋਸੈਸ ਚੱਲ ਰਹੀ ਹੈ। ਅੱਗੇ ਭਾਈ ਸਾਹਿਬ ਸਾਨੂੰ ਇਹ ਜਿਹੜੇ ਬਾਬਾ ਫਰੀਦ ਜੀ ਦੀਆਂ ਪੰਕਤੀਆਂ ਸਾਡੇ ਸਾਹਮਣੇ ਰੱਖਦੇ ਨੇ। ਫਰੀਦਾ ਖਾਲਕ ਖਲਕ ਮੈਂ ਖਲਕ ਬਸੈ ਰੱਬ, ਫਰੀਦਾ ਖਾਲਕ ਖਲਕ ਮੈਂ ਖਲਕ ਬਸੈ ਰੱਬ ਮਾਹੇ, ਮੰਦਾ ਕਿਸਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਹੈ। ਸ਼ਾਂਤ ਆਦਮੀ ਆਪਣੇ ਆਪ ਨੂੰ ਵਸ ਵਿੱਚ ਰੱਖਦਾ ਹੈ ਅਤੇ ਇਸ ਕਰਕੇ ਦੂਜਿਆਂ ਨਾਲ ਸ਼ਾਂਤ ਸੁਭਾਅ ਦੇ ਨਾਲ ਵਰਤਦਾ ਹੈ ਤੇ ਦੂਜੇ ਵੀ ਉਸ ਦੇ ਆਤਮਿਕ ਵੱਲ ਦਾ ਮਾਣ ਕਰਦੇ ਨੇ, ਉਸ ਤੋਂ ਸਿੱਖਿਆ ਸਿੱਖਦੇ ਨੇ ਤੇ ਉਸ ਦੀ ਓਟ ਲੈਂਦੇ ਨੇ। ਜਿੰਨਾ ਜ਼ਿਆਦਾ ਕੋਈ ਸ਼ਾਂਤ ਹੁੰਦਾ ਹੈ, ਓਨੀ ਹੀ ਉਸ ਦੀ ਸਫਲਤਾ ਹੁੰਦੀ ਹੈ, ਓਨਾ ਹੀ ਉਹ ਪ੍ਰਭਾਵਸ਼ਾਲੀ ਹੁੰਦਾ ਹੈ, ਓਨਾ ਹੀ ਉਹ ਲੋਕਾਂ ਦਾ ਭਲਾ ਕਰਦਾ ਹੈ। ਅੱਗੇ ਉਦਾਹਰਨ ਦਿੰਦੇ ਨੇ ਕਿ ਜਿਹੜਾ ਵਪਾਰੀ ਸ਼ਾਂਤ ਰਹਿੰਦਾ ਹੈ, ਘਬਰਾਉਂਦਾ ਨਹੀਂ, ਠਹਿਰਿਆ ਟਿਕਿਆ ਸੁਭਾਅ ਹੈ, ਜੋ ਇੱਕ ਸਰ ਟਿਕਾਓ ਵਿੱਚ ਹੈ, ਫਲਦਾ ਫੁੱਲਦਾ, ਵੱਧਦਾ ਤੇ ਪ੍ਰਫੁੱਲਤ ਹੁੰਦਾ ਹੈ, ਤਦ ਦੂਜੇ ਲੋਕ ਅਜਿਹੇ ਸੁਭਾਅ ਵਾਲੇ ਨਾਲ ਉਚੇਚੇ ਵਪਾਰ ਕਰਨ ਦੇ ਚਾਹਵਾਨ ਹੁੰਦੇ ਨੇ। ਸ਼ਾਂਤ ਸੁਭਾਅ ਵਾਲੇ ਨੂੰ ਲੋਕੀ ਪਿਆਰ ਕਰਦੇ ਨੇ, ਸਤਿਕਾਰਦੇ ਨੇ। ਸ਼ਾਂਤ ਆਦਮੀ ਮਾਨੋ ਸੁੱਕੀ ਧਰਤੀ, ਤਿਹਾਈ ਮੀਂਹ ਨੂੰ ਤਰਸਦੀ ਧਰਤੀ ਤੇ ਇੱਕ ਸੰਘਣੀ ਛਾਂ ਵਾਲਾ ਦਰਖਤ ਹੈ, ਜਾਂ ਇਉਂ ਕਹਿ ਲਓ ਕਿ ਕਹਿਰ ਦੀ ਹਨੇਰੀ ਝੱਖੜ ਵਿੱਚ ਪਹਾੜ ਦੀ ਓਟ ਦੇਣ ਵਾਲੀ ਖੋਹ ਸਮਾਨ ਹੈ। ਸ਼ਾਂਤ ਚਿੱਤ, ਮਿੱਠ ਬੋਲੇ, ਸ਼ਾਂਤ ਮਨੁੱਖ ਨਾਲ ਸਭ ਪ੍ਰੇਮ ਕਰਦੇ ਨੇ, ਭਾਵੇਂ ਸੁੱਖ ਹੋਵੇ, ਭਾਵੇਂ ਦੁੱਖ ਹੋਵੇ, ਹਰਖ ਹੋਵੇ, ਸੋਗ ਹੋਵੇ, ਅਮੀਰੀ ਹੋਵੇ, ਗਰੀਬੀ ਹੋਵੇ, ਕੁਝ ਵੀ ਹੋਵੇ। ਸ਼ਾਂਤ ਆਦਮੀ ਸਦਾ ਮਿੱਠਾ, ਸਦਾ ਠੰਡਾ ਠਾਰ ਹੈ। ਇਹੋ ਟਿਕਾਓ, ਇਹੋ ਮਨ ਵਿਸ਼ਰਾਮ, ਮਨ ਦੀ ਸ਼ਾਂਤੀ, ਸਭਿਅਤਾ ਦੀ ਟੀਸੀ, ਸਿੱਖ ਅਟਾਰੀ ਹੈ। ਮਨੁੱਖੀ ਜੀਵਨ ਦਾ ਸੁੰਦਰ ਫੁੱਲ ਹੈ ਤੇ ਆਤਮਾ ਦਾ ਮਿੱਠਾ ਫਲ। ਇਹ ਫਲ, ਇਹ ਸੁੰਦਰ ਫੁੱਲ ਸੋਨੇ ਤੇ ਹੀਰਿਆਂ ਤੋਂ ਵੀ ਵਡਮੁੱਲਾ ਹੈ। ਸ਼ਾਂਤੀ ਤੁਲ ਕੋਈ ਵੀ ਚੀਜ਼ ਨਹੀਂ, ਨਾ ਮਾਲ, ਨਾ ਧਨ, ਨਾ ਸੋਨਾ, ਨਾ ਹੀਰੇ। ਸ਼ਾਂਤ ਸੁਭਾਅ ਮਨੁੱਖ ਮਾਨੋ ਸਾਗਰ ਦੀਆਂ ਲਹਿਰਾਂ ਦੇ ਹੇਠਾਂ, ਹਨੇਰੀਆਂ ਤੋਂ ਉੱਪਰ ਸਦਾ ਈਸ਼ਵਰੀ ਸ਼ਾਂਤੀ ਦਾ ਸਰੋਵਰ ਦਾ ਰੰਗ ਮਾਣ ਰਿਹਾ ਹੈ। ਸਤਿਗੁਰੂ ਜੀ ਦੀ ਬਾਣੀ ਫਰਮਾਉਂਦੀ ਹੈ, ਨਾਨਕ ਫਿੱਕਾ ਬੋਲੀਐ ਮਨ ਤਨ ਫਿੱਕਾ ਹੋਏ। ਮਾਫ ਕਰਨਾ, ਨਾਨਕ ਫਿੱਕਾ ਬੋਲੀਐ ਤਨ ਮਨ ਫਿੱਕਾ ਹੋਏ। ਲੋਕੀ ਕ੍ਰੋਧੀ ਹੋ ਕੇ, ਕੌੜੇ ਸੁਭਾਅ ਕਰਕੇ, ਫਿੱਕਾ ਬੋਲ ਕੇ ਦੁਖੀ ਹੁੰਦੇ ਨੇ। ਮਿੱਠ ਤਨੀਵੀਂ, ਮਿਠਾਸ, ਨਿਮਰਤਾ ਤੋਂ ਜੋ ਚੰਗਿਆਈਆਂ ਗੁਣਾਂ ਦੇ ਤੱਤ ਹਨ, ਵਾਂਝੇ ਰਹਿੰਦੇ ਨੇ। ਆਪਣੀ ਸ਼ਾਂਤੀ ਗਵਾਉਂਦੇ ਨੇ, ਝਗੜੇ ਪੈਦਾ ਕਰਦੇ ਨੇ। ਆਪਣਾ ਆਪਾ ਵਸ ਨਾ ਕਰਕੇ ਅਣਗਿਣਤ ਲੋਕਾਂ ਦਾ ਜੀਵਨ ਅਜਾਈਂ ਗਵਾਉਂਦੇ ਨੇ, ਬਰਬਾਦ ਕਰਦੇ ਨੇ ਤੇ ਆਪਣਾ ਆਨੰਦ ਵੀ ਗਵਾਉਂਦੇ ਨੇ। ਕੋਈ ਬਿਰਲੇ ਨੇ ਕੋਟਨ ਮੈਂ ਕਹੂ, ਕਰੋੜਾਂ ਦੇ ਵਿੱਚ ਟਿਕੇ ਸੁਭਾਅ ਵਾਲੇ ਸ਼ਾਂਤਮਈ, ਸ਼ਾਂਤ ਚਿੱਤ ਹੁੰਦੇ ਨੇ। ਸ਼ਾਂਤੀ ਦੀ ਹੀ ਪੂਰਨ ਆਚਰਣ ਦੀ ਨਿਸ਼ਾਨ ਹੈ। ਹਾਂ, ਦੁਨੀਆ ਦੁਖੀ ਹੈ, ਕ੍ਰੋਧ ਨਾਲ ਸੜ ਭੁੱਜ ਰਹੀ ਹੈ, ਚਿੰਤਾ ਤੌਖਲਿਆਂ ਦੀ ਮਾਰੀ ਹੋਈ ਹੈ, ਸ਼ੋਕ ਦੇ ਵਿੱਚ ਡੁੱਬੀ ਪਈ ਹੈ, ਦੁੱਖਾਂ ਦੀ ਮਾਰੀ ਪਟਾਕੀ ਹੋਈ ਹੈ। ਪੂਰੀ ਮੱਤ ਵਾਲੇ, ਉੱਚੀ ਮੱਤ ਵਾਲੇ ਬਿਰਲੇ ਨੇ, ਜਿਨ੍ਹਾਂ ਆਪਾ ਵਸ ਕੀਤਾ ਹੈ, ਮਨ ਤੇ ਹਿਰਦਾ ਸ਼ੁੱਧ ਕੀਤਾ ਹੈ ਤੇ ਮਨ ਦੀਆਂ ਹਨੇਰੀਆਂ ਨੂੰ ਮਿਟਾ ਕੇ ਅੰਦਰ ਆਤਮੇ ਸ਼ਾਂਤੀ ਦਾ ਆਨੰਦ ਮਾਣਿਆ ਹੈ। ਅੱਗੇ ਭਾਈ ਸਾਹਿਬ ਕਹਿੰਦੇ ਨੇ ਕਿ ਦੁਖੀ ਆਤਮਾ ਵਾਲਿਓ, ਦੁੱਖਾਂ ਦੇ ਸਾਗਰ ਵਿੱਚ ਗੋਤੇ ਖਾਣ ਵਾਲਿਓ,
ਭਾਵੇਂ ਜੋ ਵੀ ਤੁਹਾਡੀ ਦਸ਼ਾ ਹੈ। ਇੱਕ ਗੱਲ ਚੇਤੇ ਰੱਖੋ ਤੇ ਉਹ ਇਹ ਹੈ ਕਿ ਸੰਸਾਰ ਸਾਗਰ ਵਿੱਚ ਆਨੰਦ ਦੇ ਦੀਪ, ਆਨੰਦ ਦੇ ਟਾਪੂ ਹਸੂੰ ਕਰਦੇ ਖਿੜੇ ਹੋਏ ਮੌਜੂਦ ਨੇ। ਸ਼ਾਂਤੀ ਆਨੰਦ ਦਾ ਸੱਚਖੰਡ ਤੁਹਾਡੇ ਅੰਦਰ ਹੈ। ਸਾਵਧਾਨ ਹੋ ਕੇ ਆਪਣੇ ਮਨ ਨੂੰ, ਹਿਰਦੇ ਨੂੰ ਸ਼ੁੱਧ ਰੱਖੋ। ਮੰਦ ਵਾਸ਼ਨਾ ਮਨ ਦੇ ਵਿੱਚ ਨਾ ਵਸਾਓ। ਸ਼ੁਭ ਮਨੋਕਾਮਨਾਵਾਂ ਧਾਰਨ ਕਰੋ। ਤੁਹਾਡੀ ਆਤਮਾ ਅੰਦਰ ਪਰਮ ਆਤਮਾ ਅਕਾਲ ਪੁਰਖ ਦਾ ਨਿਵਾਸ ਹੈ। ਆਪਣੇ ਅੰਤਰੇ ਨੂੰ ਜਗਾਓ। ਅੰਤਰਾਤਮੇ ਨੂੰ ਸਾਵਧਾਨ ਕਰੋ। ਆਪਣਾ ਆਪਾ ਬਸ ਕਰੋ ਤੇ ਸ਼ਾਂਤੀ ਪ੍ਰਾਪਤ ਕਰੋ। ਆਪਣੇ ਮਨ ਸ਼ਾਂਤ ਕਰੋ, ਸੁਖੀ ਹੋਵੋ, ਆਨੰਦ ਮਾਣੋ, ਸਵਰਗੀ ਹਿਲਾਰੇ ਲਓ। ਨਿਜ ਘਰ ਨਿਜ ਆਤਮਾ, ਅੰਤਰਾਤਮਾ ਹੀ ਸੱਚਖੰਡ ਹੈ, ਸਵਰਗ ਹੈ। ਅੰਦਰ ਹੀ ਨਾਦ ਵਿਨੋਦ ਕੋਟ ਆਨੰਦ ਹੈ। ਅੰਤਰਾਤਮੇ ਹੀ ਅਨਹਦ ਸ਼ਬਦ ਹੈ। ਅੰਤਰਾਤਮੇ ਸਵਰਗ ਮਾਣੋ। ਨਰਕੀ ਜੀਵਨ ਨੂੰ ਤਿਆਗ ਦੇਵੋ। ਮਨ ਨੂੰ ਸ਼ੁੱਧ ਕਰੋ ਤੇ ਮੰਦ ਵਾਸ਼ਨਾਵਾਂ ਨੂੰ ਫਨੀਅਰ ਸੱਪ ਜਾਣੋ। ਫਿਰ ਤੁਸੀਂ ਸੁਖੀਏ ਹੋਵੋਗੇ। ਜੀਵਨ ਸਵਰਗੀ ਹੋਵੇਗਾ। ਅੱਗੇ ਭਾਈ ਸਾਹਿਬ ਸਾਨੂੰ ਗੁਰਬਾਣੀ ਦੇ ਵਿੱਚੋਂ ਇਹ ਪੰਕਤੀਆਂ ਸਾਡੇ ਸਨਮੁਖ ਕਰਦੇ ਨੇ। ਸੁਖ ਦੁਖ ਜਹ ਪਰਸੈ ਨਹੀਂ, ਲੋਭ ਮੋਹ ਅਭਿਮਾਨ, ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਉਸਤਤ ਨਿੰਦਿਆ ਨਾਹੀਂ ਜਹ, ਕੰਚਨ ਲੋਹ ਸਮਾਨ, ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਹਰਖ ਸੋਗ ਜਾ ਕਹਿ ਨਹੀਂ, ਬੈਰੀ ਮੀਤ ਸਮਾਨ, ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨ ਤੇ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਜੋ ਪ੍ਰਾਨੀ ਮਮਤਾ ਤਜੈ, ਲੋਭ ਮੋਹ ਅਹੰਕਾਰ, ਕਹੋ ਨਾਨਕ ਆਪਨ ਤਰੈ, ਔਰਨ ਲੇਤ ਉਧਾਰ। ਤੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸੁਰਵਤ ਕਾ ਭਲਾ। ਤੇ ਆਓ ਅੱਗੇ ਸੁਣਦੇ ਹਾਂ ਭਾਈ ਗੋਪਾਲ ਸਿੰਘ ਜੀ ਰਾਗੀ, ਉਹਨਾਂ ਦੀ ਆਵਾਜ਼ ਦੇ ਵਿੱਚ ਇਹ ਸ਼ਬਦ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਜਿਸ ਤੇ ਹੋਵੇ ਤੇਰੀ ਕਿਰਪਾ, ਉਸ ਦੇ ਸਿਰ ਤੋਂ ਟਲੇ ਬਲਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਤੂੰ ਜੀਵਾਂ ਦੇ ਭਲੇ ਦੀ ਖਾਤਰ ਕਲ ਯੁਗ ਵਿੱਚ ਅਵਤਾਰ ਲਿਆ। ਸਾਰੇ ਜਗ ਦਾ ਚੱਕਰ ਲਾਇਆ, ਸਭ ਨੂੰ ਸਿਖਾਈ ਧਰਮ ਦਇਆ। ਉਸ ਧਰਤੀ ਦੇ ਪਾਪੀ ਤਰ ਗਏ, ਜਿੱਥੇ ਤੇਰਾ ਕਦਮ ਪਿਆ। ਸਤ ਕਰਤਾਰ ਜਿਨ੍ਹਾਂ ਨੇ ਜਪਿਆ, ਦੁੱਖ ਰੋਗ ਪੈ ਪਰਮ ਗਿਆ। ਸਭ ਸੰਸਾਰ ਨੂੰ ਆਣ ਨਿਵਾਇਆ, ਸਭ ਸੰਸਾਰ ਨੂੰ ਆਣ ਨਿਵਾਇਆ। ਤੂੰ ਸਮਰਥ ਹੈ ਸਰਬ ਕਲਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ।
ਬਾਬਰ ਹਿੰਦ ਤੇ ਚੜ ਕੇ ਆਇਆ ਤੈਨੂੰ ਦਰਦ ਅਪਾਰ ਹੋਇਆ ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ ਬਾਬਰ ਹਿੰਦ ਤੇ ਚੜ ਕੇ ਆਇਆ ਤੈਨੂੰ ਦਰਦ ਅਪਾਰ ਹੋਇਆ ਪਰ ਜਦ ਬਾਬਰ ਨੇ ਦਰਸ਼ਨ ਕੀਤਾ ਸਾਰਾ ਦੂਰ ਹੰਕਾਰ ਹੋਇਆ ਸੁਣ ਕੇ ਬਚਨ ਤੁਸਾਂ ਦੇ ਸਤਿਗੁਰ ਤਨ ਮਨ ਉਸ ਦਾ ਠਾਰ ਹੋਇਆ ਤੂੰ ਸੱਚ ਅਦਲ ਦਾ ਸਬਕ ਸਿਖਾਇਆ ਪ੍ਰਗਟ ਵਿੱਚ ਸੰਸਾਰ ਹੋਇਆ ਜੋ ਮੰਗੇ ਸੋ ਮਿਲਦਾ ਤੇਥੋਂ ਜੋ ਮੰਗੇ ਸੋ ਮਿਲਦਾ ਤੈਥੋਂ ਤੂੰ ਦਾਤਾ ਹੈ ਸਰਬ ਭਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਨੌ ਨਿਦ ਨਾਮ ਗਰੀਬੀ ਪਾ ਕੇ ਵੰਡੀ ਸਭ ਸੰਸਾਰ ਦੇ ਵਿੱਚ ਇਹ ਜਿਸ ਨੇ ਪਾਈ ਦਾਤ ਇਲਾਹੀ ਮਨ ਜੁੜਿਆ ਨਿਰੰਕਾਰ ਦੇ ਵਿੱਚ ਖਾਲੀ ਕੋਈ ਨਾ ਜਾਵੇ ਤੇਰੇ ਜੋ ਆਇਆ ਦਰਬਾਰ ਦੇ ਵਿੱਚ ਚਾਰ ਵਰਨ ਹੋਏ ਚਾਰੇ ਪਿਆਰੇ ਕਿਨਾ ਨਹੀਂ ਸਰਕਾਰ ਦੇ ਵਿੱਚ ਤੇਰੇ ਭਾਣੇ ਉੱਚੇ ਨੀਵੇਂ ਤੇਰੇ ਭਾਣੇ ਉੱਚੇ ਨੀਵੇਂ ਸਭ ਰੱਬ ਦੀ ਹੈ ਕੁਦਰਤ ਕਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਨਾ ਕੋਈ ਵੈਰੀ ਨਹੀਂ ਬਿਗਾਨਾ ਇਹ ਪ੍ਰਚਾਰ ਤੇਰਾ ਬਾਬਾ ਬਾਲਾ ਤੇ ਮਰਦਾਨਾ ਜੀ ਨੇ ਕੀਤਾ ਸੰਗ ਤੇਰਾ ਬਾਬਾ ਹਿੰਦੂ ਮੁਸਲਿਮ ਸਿੱਖ ਈਸਾਈ ਮਲਿਆ ਦਰ ਤੇਰਾ ਬਾਬਾ ਬੁਰਿਆਂ ਨਾਲ ਵੀ ਨੇਕੀ ਕਰਨੀ ਇਹ ਸੁਭਾਅ ਤੇਰਾ ਬਾਬਾ ਜੋ ਨਾਨਕ ਨੇ ਧਰਮ ਚਲਾਇਆ ਜੋ ਨਾਨਕ ਨੇ ਧਰਮ ਚਲਾਇਆ ਹੋਰ ਨਾ ਕੋਈ ਸਕੇ ਚਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਜਿਸ ਤੇ ਹੋਵੇ ਤੇਰੀ ਕਿਰਪਾ ਉਸ ਦੇ ਸਿਰ ਤੋਂ ਟਲੇ ਬਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਹਾਂਜੀ, ਇਹ ਸਨ ਭਾਈ ਗੋਪਾਲ ਸਿੰਘ ਜੀ ਰਾਗੀ ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਤੇ ਇੱਕ ਛੋਟਾ ਜਿਹਾ ਲੇਖ ਹੋਰ ਹੈ ਉਹ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸੰਪੂਰਨ ਹੋ ਸਕੇ ਤੇ 11 ਵਜੇ ਤੱਕ ਸਾਡਾ ਸਾਥ ਹੈ। ਇਹਦਾ ਸ਼ੀਰਸ਼ਕ ਭਾਈ ਸਾਹਿਬ ਨੇ ਦਿੱਤਾ ਹੈ, ਭਾਈ ਰਘਵੀਰ ਸਿੰਘ ਜੀ ਵੀਰ ਨੇ, ਖਿਆਲ ਦਾ ਅਸਰ ਸਿਹਤ ਤੇ ਸਰੀਰ ਪਰ। ਆਪ ਜਿਹੜੀ ਹੈ ਪਹਿਲਾਂ ਤੁਕ ਜਿਹੜੀ ਸਾਨੂੰ ਸਨਮੁਖ ਕਰਦੇ ਨੇ ਸਾਡੇ, ਸੋ ਤਨ ਨਿਰਮਲ ਜਿਤ ਉਪਜੇ ਨਾ ਪਾਪ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ 198 ਅੰਗ। ਭਾਈ ਸਾਹਿਬ ਲਿਖਦੇ ਨੇ ਕਿ ਸਰੀਰ ਮਨ ਅਧੀਨ ਹੈ, ਮਨ ਦੇ ਤਾਬੇ ਹੈ, ਸਰੀਰ ਮਨ ਦਾ ਅਨੁਸਾਰੀ ਹੈ। ਜਿਵੇਂ ਮਨ ਦੀ ਕਾਰ ਹੋਵੇ, ਜਿਵੇਂ ਮਨ ਚੱਲੇ ਤਿਵੇਂ ਹੀ ਸਰੀਰ ਨੂੰ ਚਲਾਉਂਦਾ ਹੈ, ਚੱਲਦਾ ਹੈ ਸਰੀਰ ਮਨ ਦਾ ਹੋਇਆ, ਚਲਾਇਆ ਹੋਇਆ। ਜੇ ਮਾੜੇ ਖਿਆਲਾਂ ਦਾ ਪ੍ਰਵਾਹ ਚੱਲ ਰਿਹਾ ਹੈ ਤਾਂ ਸਰੀਰ ਸਹਿਜੇ ਹੀ ਰੋਗੀ, ਮਾੜਾ ਤੇ ਨਿਰਬਲ ਹੋ ਜਾਏਗਾ। ਜੇ ਖਿਆਲ ਆਨੰਦਮਈ ਨੇ, ਸੁੰਦਰ ਤੇ ਪਵਿੱਤਰ ਨੇ, ਤਾਂ ਸਰੀਰ ਵੀ ਸੁੰਦਰ ਯੁਵਾ ਅਵਸਥਾ ਦੇ ਰੰਗ ਵਿੱਚ ਹੋਵੇਗਾ। ਸਾਡੇ ਹਾਲਾਤ ਵਾਂਗ ਰੋਗਤਾ ਅਰੋਗਤਾ ਖਿਆਲਾਂ ਦੇ ਨਾਲ ਬਣਦੀ ਹੈ। ਮਾੜੇ ਖਿਆਲਾਂ ਕਾਰਨ ਦੇਹੀ ਰੋਗੀ ਹੋਵੇਗੀ।
ਕਈ ਵਾਰ ਦੇਖਿਆ ਹੈ ਕਿ ਭੈ-ਭੀਤ ਹੋ ਕੇ ਆਦਮੀ ਇਉਂ ਢੇਰੀ ਹੋ ਗਏ ਜਿਵੇਂ ਕਿਸੇ ਨੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਹੋਵੇ। ਭੈ ਨਾਲ ਹਜ਼ਾਰਾਂ ਆਦਮੀ ਹੌਲੀ-ਹੌਲੀ ਚੁੜ-ਚੁੜ ਕੇ ਝੂਰ-ਝੂਰ ਕੇ ਖਪਦੇ ਮਰਦੇ ਨੇ। ਭੈ ਅਨੇਕ ਪ੍ਰਕਾਰ ਦਾ ਹੈ, ਜਿਨ੍ਹਾਂ ਨੂੰ ਬਿਮਾਰੀ, ਡਰ, ਭੈ ਚੁੰਬੜਿਆ ਹੈ। ਉਹ ਉਸ ਡਰ ਦਾ ਸਦਕਾ ਬਿਮਾਰੀ ਦਾ ਸ਼ਿਕਾਰ ਹੁੰਦੇ ਨੇ। ਚਿੰਤਾ ਸਾਰੇ ਸਰੀਰ ਨੂੰ ਨਿਰਬਲ ਕਰ ਦਿੰਦੀ ਹੈ ਤੇ ਬਿਮਾਰੀ ਲਈ ਸੜਕ ਤਿਆਰ ਕਰ ਦਿੰਦੀ ਹੈ। ਗੰਦੇ ਖਿਆਲ ਭਾਵੇਂ ਉਹਨਾਂ ਨਾਲ ਮਿਲਵੇ ਮਾੜੇ ਕੰਮ ਨਾ ਵੀ ਕਰੀਏ, ਸਾਡੇ ਸਰੀਰ ਦੀਆਂ ਜੜ੍ਹਾਂ ਪੁੱਟ ਕੇ ਰੱਖ ਦਿੰਦੇ ਨੇ। ਨਰੋਏ, ਪਵਿੱਤਰ, ਆਨੰਦਮਈ ਖਿਆਲ ਸਰੀਰ ਨੂੰ ਨਰੋਆ, ਬਲਵਾਨ ਤੇ ਸੁੰਦਰ ਬਣਾਉਂਦੇ ਨੇ। ਸਰੀਰ ਨਾਜ਼ੁਕ ਤੇ ਲਚਕਦਾਰ ਹੈ, ਲਿਫਣ ਵਾਲੀ ਪੱਟੀ ਤਖਤੀ ਵਾਂਗ। ਜੋ ਖਿਆਲ ਮਨ ਦੇ ਵਿੱਚ ਆਉਂਦੇ ਨੇ, ਭਾਵੇਂ ਸ਼ੁਭ ਹੋਣ ਜਾਂ ਅਸ਼ੁਭ, ਉਹਨਾਂ ਦਾ ਪ੍ਰਭਾਵ ਸਰੀਰ ਤੇ ਪੈਣਾ ਅਵੱਸ਼ ਹੈ। ਤੇ ਜਦ ਢੇਰ ਚਿਰ ਤੱਕ ਇੱਕ ਕਿਸਮ ਦੇ ਖਿਆਲ ਮਨ ਵਿੱਚ ਵਸਣ, ਤਾਂ ਸਰੀਰ ਪਰ ਉਹਨਾਂ ਦੇ ਖਿਆਲਾਂ ਦਾ ਰੰਗ ਰੂਪ ਚੜ੍ਹਦਾ ਹੈ, ਜੋ ਗੌਰ ਨਾਲ ਵੇਖਣ ਤੇ ਝੱਟ ਤੁਸੀਂ ਦੇਖ ਸਕਦੇ ਹੋ। ਜਿਨ੍ਹਾਂ ਦੇ ਮਨ ਵਿੱਚ ਗੰਦੇ ਤੇ ਮਾੜੇ ਅਪਵਿੱਤਰ ਖਿਆਲ ਵਸਦੇ ਨੇ, ਉਹਨਾਂ ਦੇ ਸਰੀਰ ਦੇ ਵਿੱਚ ਲਹੂ ਗੰਦਾ ਰੋਗੀ ਹੋਣਾ ਅਵੱਸ਼ ਹੈ। ਜੇ ਹਿਰਦੇ ਸ਼ੁੱਧ ਹੋਣ ਤਾਂ ਜੀਵਨ ਸ਼ੁੱਧ ਹੋਵੇਗਾ ਅਤੇ ਦੇਹ ਨਰੋਈ, ਸੁੱਧ ਤੇ ਅਰੋਗ ਹੋਵੇਗੀ। ਜੇ ਮਨ ਅਸ਼ੁੱਧ ਹੈ ਤਾਂ ਜੀਵਨ ਗੰਦਾ ਹੋਵੇਗਾ ਤੇ ਸਰੀਰ ਰੋਗੀ। ਖਿਆਲ ਹੀ ਕਰਮਾਂ ਦਾ ਹੈ, ਕਰਨੀ ਦਾ ਹੈ, ਜੀਵਨ ਦਾ ਤੇ ਸਰੀਰ ਦੀ ਰੋਗਤਾ ਜਾਂ ਅਰੋਗਤਾ ਦਾ ਸੋਮਾ ਹੈ। ਜੇ ਸੋਮਾ ਪਵਿੱਤਰ ਹੈ ਤਾਂ ਸਭ ਕੁਝ ਪਵਿੱਤਰ ਹੋਵੇਗਾ। ਜੇ ਅਸੀਂ ਆਪਣੇ ਖਿਆਲਾਂ ਨੂੰ ਨਾ ਬਦਲੀਏ ਤਾਂ ਕੇਵਲ ਖੁਰਾਕ ਬਦਲਣ ਦੇ ਨਾਲ ਸਰੀਰ ਨੂੰ ਲਾਭ ਨਹੀਂ ਹੋਵੇਗਾ। ਜਦ ਅਸੀਂ ਖਿਆਲਾਂ ਨੂੰ ਸ਼ੁੱਧ ਕਰੀਏ ਤਾਂ ਫਿਰ ਅਸ਼ੁੱਧ ਜਾਂ ਮਾੜੇ ਭੋਜਨ ਜਾਂ ਮਾੜੀ ਮੋਟੀ ਖੁਰਾਕ ਦੀ ਚਾਹਨਾ ਨਹੀਂ ਰਹੇਗੀ। ਸ਼ੁੱਧ ਖਿਆਲ ਸ਼ੁੱਧ ਆਦਤਾਂ ਬਣਾਉਂਦੇ ਨੇ। ਜੇ ਕੋਈ ਸੱਚਮੁੱਚ ਸੰਤ ਰੂਪ ਹੋਵੇ ਤਾਂ ਉਹ ਕਦਾਚਿਤ ਗੰਦਾ ਮੈਲਾ ਨਹੀਂ ਰਹੇਗਾ। ਜਿਸ ਨੇ ਆਪਣੇ ਖਿਆਲਾਂ ਨੂੰ ਨਰੋਆ ਤੇ ਪਵਿੱਤਰ ਬਣਾ ਲਿਆ, ਉਸ ਨੂੰ ਬਿਮਾਰੀ ਦੇ ਕੀੜਿਆਂ ਦਾ ਕੀ ਡਰ। ਜੇ ਤੁਸੀਂ ਸਰੀਰ ਦੀ ਰੱਖਿਆ ਕਰਨੀ ਲੋੜਦੇ ਹੋ ਤਾਂ ਪਹਿਲੇ ਮਨ ਦੀ ਰੱਖਿਆ ਕਰੋ। ਵੈਰ, ਵਿਰੋਧ, ਈਰਖਾ, ਨਿਰਾਸਤਾ, ਬੇਵਸੀ ਦੇ ਖਿਆਲ ਦੇਹੀ ਦੇ ਨੂੰ ਰੋਗੀ ਤੇ ਕਰੂਪ ਕਰਦੇ ਨੇ। ਸੜਿਆ ਬਲਿਆ ਕਰੂਪ ਮੂੰਹ ਮਹਾਂਦਰਾ ਐਵੇਂ ਨਹੀਂ ਬਣ ਜਾਂਦਾ। ਕਰੂਪ, ਕੁਟਲ ਸਾਡੇ ਈਰਖਾ ਦੇ ਖਿਆਲ ਹੀ ਸਾਡੇ ਕਰੂਪ ਮੂੰਹ ਨੂੰ ਬਣਾਉਂਦੇ ਨੇ। ਮੱਥੇ ਦੇ ਬੱਟ ਤੇ ਝੁਰੜੀਆਂ ਸਾਡੀ ਈਰਖਾ, ਸਾਡੇ ਵਿਛਿਆਂ, ਸਾਡੀ ਹਉਮੈ, ਸਾਡੇ ਮਨ ਦੇ ਖਿਆਲਾਂ ਦਾ ਸ਼ੀਸ਼ਾ ਨੇ। ਮੈਂ ਇੱਕ 96 ਸਾਲ ਦੀ ਇਸਤਰੀ ਨੂੰ ਵੇਖਿਆ, ਜਿਸ ਦਾ ਮੁਖੜਾ ਮਟਿਆਰਾਂ ਵਾਂਗ ਖਿੜਿਆ ਹਸੂੰ ਕਰਦਾ ਦਿਸਿਆ। ਮੈਂ ਇੱਕ ਅਜਿਹਾ ਆਦਮੀ ਵੇਖਿਆ ਜੋ 40-45 ਸਾਲਾਂ ਦੇ ਲਗਭਗ ਹੋਵੇਗਾ ਤੇ ਉਸ ਦਾ ਮੂੰਹ ਝੁਰੜੀਆਂ ਦੇ ਨਾਲ ਕਰੂਪ ਤੇ ਕੋਝਾ ਹੋਇਆ ਪਿਆ ਸੀ, ਤੇ ਇਸ ਵਡੇਰੀ ਉਮਰ ਦੀ ਔਰਤ ਦਾ ਮੂੰਹ ਮਟਿਆਰ ਤੇ ਉਸ ਦੇ ਮਿੱਠੇ ਸੁਭਾਅ ਦੇ ਸਦਕਾ ਖਿੜਿਆ ਹੋਇਆ ਸੀ, ਤੇ ਝੁਰੜੀਆਂ ਵਾਲੇ ਦਾ ਉਮਰੋਂ ਛੋਟੇ ਹੋਣ ਦੇ ਬਾਵਜੂਦ ਵੀ ਮੂੰਹ ਤੇ ਅਸੰਤੁਸ਼ਟਤਾ ਦੇ ਨਾਲ ਵਿਸ਼ਿਆਂ ਵਿਕਾਰਿਆਂ ਕਾਰਨ ਕਰੂਪ ਹੋ ਗਿਆ ਸੀ। ਜੇ ਤੁਹਾਡੇ ਘਰ ਦੇ ਵਿੱਚ, ਤੁਹਾਡੇ ਕਮਰਿਆਂ ਵਿੱਚ ਹਵਾ ਤੇ ਧੁੱਪ ਖੁੱਲੀ ਡੁੱਲੀ ਨਾ ਆਵੇ ਤਾਂ ਤੁਹਾਡਾ ਘਰ ਮਿੱਠਾ ਤੇ ਅਰੋਗ ਨਹੀਂ ਦਿਸਦਾ। ਇਵੇਂ ਹੀ ਨਰੋਆ ਸਰੀਰ ਤੇ ਖਿੜਿਆ ਆਨੰਦਮਈ, ਸ਼ਾਂਤੀਪੂਰਨ ਤੇ ਮਿੱਠੇ ਖਿਆਲ ਹੋਣਗੇ। ਬੁੱਢਿਆਂ ਦੇ ਮੂੰਹ ਤੇ ਹਮਦਰਦੀ ਦੇ ਜਜ਼ਬੇ ਕਾਰਨ ਜਾਂ ਸ਼ੁੱਧ ਨਰੋਏ ਖਿਆਲਾਂ ਕਾਰਨ ਵੀ ਝੁਰੜੀਆਂ ਹੁੰਦੀਆਂ ਨੇ, ਪਰ ਉਹਨਾਂ ਦਾ ਕੋਮਲ ਹਿਰਦਾ ਤੇ ਨਿਰਮਲ ਮਨ ਪ੍ਰਤੱਖ ਦਿਸਦੇ ਨੇ। ਤੇ ਜਿਨ੍ਹਾਂ ਦੀਆਂ ਝੁਰੜੀਆਂ ਤੇ ਕਰੂਪ ਵਿਸ਼ਿਆਂ ਕਾਰਨ ਹਨ, ਉਹ ਵੀ ਪ੍ਰਤੱਖ ਦਿਸਦੇ ਨੇ। ਉਹਨਾਂ ਨੂੰ ਵੇਖ ਕੇ ਹੀ ਪਤਾ ਲੱਗ ਜਾਂਦਾ ਹੈ। ਜਿਨ੍ਹਾਂ ਬੁੱਢਿਆਂ ਦਾ ਜੀਵਨ ਪਵਿੱਤਰ ਰਿਹਾ ਹੈ, ਉਹ ਡੁੱਬਦੇ ਸੂਰਜ ਵਾਂਗ ਮਿੱਠੇ, ਕੋਮਲ ਤੇ ਸ਼ਾਂਤ ਰੂਪ ਦਿਸਦੇ ਨੇ। ਇੱਕ ਬੁੱਢੇ ਵਿਚਾਰਵਾਨ ਫਿਲਾਸਫਰ ਨੂੰ ਮਰਦਿਆਂ ਵੇਖਿਆ। ਬਰੇਸ ਵਜੋਂ ਤਾਂ ਉਹ ਬੁੱਢਾ ਸੀ, ਪਰ ਦਿਸਣ ਵਿੱਚ ਉਹ ਜਵਾਨ ਸੀ। ਜਿਹਾ ਉਸ ਦਾ ਮਿੱਠਾ ਜੀਵਨ ਸੀ, ਜਿਹੀ ਉਸ ਦੀ ਸ਼ਾਂਤੀਪੂਰਤ ਜੀਵਨ ਸੀ, ਤਿਵੇਂ ਹੀ ਉਸ ਦਾ ਅੰਤ ਹੋਇਆ। ਸਰੀਰ ਦੀਆਂ ਬਿਮਾਰੀਆਂ, ਸਰੀਰ ਦੇ ਦੁੱਖਾਂ ਦਰਦਾਂ ਨੂੰ ਕੱਟਣ ਲਈ ਆਨੰਦ ਪੂਰਤ ਖਿੜੇ ਮਿੱਠੇ ਖਿਆਲਾਂ ਜਿਹੀ ਹੋਰ ਕੋਈ ਦਵਾਈ ਨਹੀਂ।
ਉਦਾਸੀ, ਸ਼ੋਕ, ਅਫਸੋਸ, ਵਿਯੋਗ ਦੇ ਹਨੇਰੇ ਨੂੰ ਦੂਰ ਕਰਨ ਲਈ ਸਰਬੱਤ ਨਾਲ ਪਿਆਰ ਕਰਨ, ਸਰਬੱਤ ਦਾ ਭਲਾ ਮੰਗਣ ਜਿਹਾ ਹੋਰ ਕੋਈ ਹਕੀਮ ਡਾਕਟਰ ਨਹੀਂ। ਸਦਾ ਮਨ ਵਿੱਚ ਈਰਖਾ, ਦਵੈਸ਼, ਘਿਰਣਾ, ਸ਼ੱਕ ਦੇ ਖਿਆਲਾਂ ਦਾ ਚਿਤਵਣਾ ਮਨ ਨੂੰ ਆਪਣੇ ਆਪ ਨੂੰ ਜੇਲ੍ਹ ਖਾਨੇ ਦੀ ਕੁਆਲ ਕੋਠੜੀ ਵਿੱਚ ਬੰਦ ਕਰਨਾ ਹੈ। ਪਰ ਸਰਬੱਤ ਦਾ ਭਲਾ ਚਾਹੁਣਾ, ਸਭ ਨਾਲ ਹੱਸਣਾ ਖੇਡਣਾ, ਸਭ ਦੇ ਗੁਣ ਜਾਣਨ ਦਾ ਯਤਨ ਕਰਨਾ, ਧੀਰਜ ਧਾਰਨਾ, ਇਹ ਹੈ ਸਵਰਗ ਦਾ ਮਾਰਗ ਜੋ ਵਡਭਾਗਾ ਦਿਨ ਰਾਤ ਸਭ ਦਾ ਭਲਾ ਮੰਗਣ ਵਾਲਾ ਹੈ, ਸਭ ਨਾਲ ਪ੍ਰੇਮ ਕਰਦਾ ਹੈ, ਉਹ ਤਾਂ ਅਵਸ਼ ਹੀ ਸ਼ਾਂਤ ਤੇ ਆਨੰਦ ਰਹੇਗਾ। ਪਰ ਕਾ ਬੁਰਾ ਨ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਸੋ ਇਹ ਸੀ ਜਿਹੜਾ ਲੇਖ, ਤੇ ਸਮਾਂ ਸਾਨੂੰ ਇਜਾਜ਼ਤ ਨਹੀਂ ਦਿੰਦਾ, ਤੇ ਇੱਥੇ ਹੀ ਅਸੀਂ ਆਪ ਤੋਂ ਵਿਦਾਇਗੀ ਲੈਂਦੇ ਹਾਂ। ਹੋਈਆਂ ਗਲਤੀਆਂ, ਭੁੱਲਾਂ, ਚੁੱਕਾਂ ਦੀ ਖਿਮਾ ਦੀ ਯਾਚਨਾ ਕਰਦੇ ਹਾਂ, ਤੇ ਵਾਹਿਗੁਰੂ ਨੇ ਚਾਹੇ ਤੇ ਅਗਲੇ ਐਤਵਾਰ ਫਿਰ ਆਪ ਦੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਤੇ ਹੁਣ ਜਿਹੜਾ ਹੈ ਅਗਲੇ 2 ਘੰਟੇ ਤੁਸੀਂ ਸਟੂਡੀਓ ਵਿੱਚੋਂ ਹੀ ਪ੍ਰੋਗਰਾਮ ਸੁਣੋਗੇ, ਕਿਉਂਕਿ ਕੋਈ ਜਿਹੜੀ ਹੈ ਲਿੰਕ ਦੀ ਪ੍ਰੋਬਲਮ ਹੈ ਗੁਰਦੁਆਰਾ ਸਾਹਿਬ ਤੋਂ। ਤੇ ਆਓ ਇਸੇ ਹੀ ਸ਼ਬਦ ਦੇ ਨਾਲ ਆਪ ਜੀ ਨੂੰ ਛੱਡ ਕੇ ਜਾ ਰਹੇ ਹਾਂ, ਜਿਹੜਾ ਕਿ ਗਾਇਨ ਕੀਤਾ ਹੈ ਭਾਈ ਅਨੂਪ ਸਿੰਘ ਜੀ ਊਨਾ ਸਾਹਿਬ ਵਾਲਿਆਂ ਨੇ। ਉਡੋ ਨਾ ਕਾਗਾਂ ਕਾਰੇ, ਬੇਗਮ ਲੀਜੈ ਆਪਨ ਰਾਮ ਪਿਆਰੇ।